गुरु प्यारी गुरु सवारी साध संगत जीओ। आप जी बहुत ही वड्डिया भागा वाले हो जो साहिब श्री गुरु नानक देव जी दे चरण छूह प्राप्त स्थान गुरुद्वारा नानक पिओ साहिब की यात्रा करके जुगो जुग अटल धन धन साहिब श्री गुरु ग्रंथ साहिब जी सन्मुख हो के ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਆਪ ਜੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਸਤਬੀਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ। ਹੁਣ ਸਮਾਂ ਹੈ ਆਪ ਜੀ ਨੂੰ ਅੱਜ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਨਾਨਕ ਪਿਓ ਸਾਹਿਬ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਥਾ ਵਿਚਾਰ ਸਰਵਣ ਕਰਾਉਣਗੇ। ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਦਿੱਲੀ ਦੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਦੀ ਸੇਵਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਹਨ। ਆਪ ਜੀ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਹਰ ਐਤਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ, ਹਰ ਐਤਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤੇ ਹਰ ਬੁੱਧਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ। ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੋਵੇ ਕੇਸ਼ੀ ਇਸ਼ਨਾਨ ਕਰਕੇ ਇਹ ਲਾਹਾ ਪ੍ਰਾਪਤ ਕਰ ਸਕਦੇ ਹੋ। ਜਿਹੜੇ 11 ਵਜੇ ਪਹੁੰਚ ਕੇ ਇਹ ਲਾਹਾ ਪ੍ਰਾਪਤ ਕਰ ਸਕਦੇ ਹੋ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਾਬਲ ਸਾਹਿਬ ਵਿਖੇ ਲੱਖੀ ਸ਼ਾਹ ਜਮਾਤ ਵਿੱਚ ਸ਼ਹੀਦੀ ਪੁਰਬ ਸਵੇਰੇ ਅਰੁਣ ਲੈ ਕੇ ਇਸ ਵੇਲੇ ਤੱਕ ਮਨਾਇਆ ਜਾ ਰਿਹਾ ਹੈ। ਆਪ ਦੀ ਸੰਗਤਾਂ ਸਾਰੀਆਂ ਇੱਥੇ ਵੀ ਹਾਜ਼ਰੀਆਂ ਭਰ ਰਹੀਆਂ ਹੋ, ਉੱਥੇ ਵੀ ਹਾਜ਼ਰੀਆਂ ਭਰ ਰਹੀਆਂ ਹੋ। ਗੁਰੂ ਕਿਰਪਾ ਕਰੇ, ਆਪ ਜੀ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰੇ ਗੁਰੂ ਮਹਾਰਾਜ। ਆਪ ਜੀ ਦਾ ਕਦਮ ਕਦਮ ਚੱਲਿਆ ਲੇਖੇ ਵਿੱਚ ਲੱਗੇ, ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਆਪ ਜੀ ਭਾਈ ਸਾਹਿਬ ਜੀ ਪਾਸੋਂ ਸ਼ਹੀਦੀ ਪੁਰਬ ਦੇ ਸਮਰਪਿਤ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਇ ਨ ਮੇਟੈ ਦਾਤ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਯਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਿੱਥੇ ਆਪ ਜੀ ਨੇ ਭਾਈ ਸਤਬੀਰ ਸਿੰਘ ਜੀ ਪਾਸੋਂ ਕੀਰਤਨ ਸਰਵਣ ਕੀਤਾ ਹੈ, ਹੁਣ ਸਮਾਂ ਹੋਇਆ ਹੈ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ।
ਹਰ ਰੋਜ਼ ਆਪ ਜੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਅੱਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ। ਸਤਿਗੁਰੂ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਕੁਝ ਸਾਂਝ ਪਾਈਏ। ਮਨ ਬਿਰਤੀਆਂ ਇਕਾਗਰ ਕਰੋ, ਧਿਆਨ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਉਚਾਰਨ ਕਰੋ ਜੀ ਸਤਿਨਾਮ ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਬਾਣੀ ਦੇ ਬੋਹਿਥ ਵੀ ਕਹਿੰਦੇ ਹਨ, ਸ਼ਹੀਦਾਂ ਦੇ ਸਰਤਾਜ ਵੀ ਕਹਿੰਦੇ ਹਨ, ਸ਼ਾਂਤੀ ਦੇ ਪੁੰਜ ਵੀ ਕਹਿੰਦੇ ਹਨ। ਔਰ ਗੁਰੂ ਅਮਰਦਾਸ ਮਹਾਰਾਜ ਨੇ ਵੀ ਕਿਹਾ ਸੀ, ਦੋਹਿਤਾ ਬਾਣੀ ਕਾ ਬੋਹਿਥਾ। ਆਪ ਜੀ ਦਾ ਜੋ ਬਚਪਨ ਹੈ ਉਹ ਨਾਨਾ ਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਿਹਰ ਭਰੀ ਨਿਗਾਹ ਦੇ ਅੰਦਰ ਬਤੀਤ ਹੋਇਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਹੈ ਬੀਬੀ ਭਾਨੀ ਜੀ, ਤੇ ਉਹਨਾਂ ਦਾ ਆਨੰਦ ਕਾਰਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਹੁੰਦਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਾਹਿਬਜ਼ਾਦੇ ਹਨ। ਵੱਡੇ ਦਾ ਨਾਂ ਪ੍ਰਿਥੀ ਚੰਦ ਹੈ, ਤੇ ਉਹਨਾਂ ਤੋਂ ਛੋਟੇ ਜਿਹੜੇ ਨੇ ਉਹ ਮਿਹਰਬਾਨ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਭਗਤੀ ਭਾਵ ਵਾਲੇ ਸਨ, ਔਰ ਗੁਰੂ ਦੀ ਸੰਗਤ ਮਿਲੀ ਹੋਵੇ ਤੇ ਜੀਵਨ ਸਵਰ ਜਾਂਦਾ ਹੈ। ਦੇਖੋ, ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਮਿਲੀ ਤੇ ਇੱਕ ਸਮਾਂ ਆਇਆ ਆਪ ਜੀ ਗੁਰਤਾ ਗੱਦੀ ਤੇ ਬਿਰਾਜੇ। ਜਿਹੜੇ ਮਹਾਂਦੇਵ ਸਨ ਉਹ ਵੀ ਭਗਤੀ ਭਾਵ ਵਾਲੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਵੱਡੇ ਸਨ। ਉਹਨਾਂ ਦਾ ਰਿਸ਼ਤੇਦਾਰੀ ਨਾਲ, ਸੰਸਾਰ ਦੇ ਨਾਲ ਕੋਈ ਲਗਾਅ ਨਹੀਂ ਸੀ। ਮਹਾਂਦੇਵ ਮਸਤ ਸੁਭਾਅ ਦੇ ਸਨ। ਪ੍ਰਿਥੀ ਚੰਦ ਜਿਹੜਾ ਉਹ ਲਾਲਚੀ ਸੁਭਾਅ ਦਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰਲੇਪ ਰਹਿ ਕੇ ਪਰਮਾਤਮਾ ਦਾ ਨਾਮ ਜਪਣ ਵਾਲੀ ਰੂਹ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਸਨ। ਬੜੇ ਸੋਹਣੇ ਢੰਗ ਦੇ ਨਾਲ ਆਪ ਜੀ ਦੀ ਪਾਲਣਾ ਹੋਈ। ਇੱਕ ਦਿਨ ਰਿੜਦੇ ਗੁਰੂ ਅਮਰਦਾਸ ਮਹਾਰਾਜ ਦੀ ਮੰਜੀ ਦੇ ਕੋਲ ਆਏ, ਤੇ ਜਦੋਂ ਮੰਜੇ ਨੂੰ ਪਕੜ ਕੇ ਖੜੇ ਹੋਏ ਨਾ, ਤੇ ਮੰਜਾ ਜਿਹੜਾ ਸੀ ਉਹ ਹਿੱਲ ਗਿਆ। ਕਈ ਵਾਰ ਮੰਜਾ ਬਣਾਉਣ ਲੱਗਿਆਂ ਜਾਂ ਤਾਂ ਸਰਦੀ ਦਾ ਮੌਸਮ ਹੋਵੇ ਤੇ ਜਾਂ ਫਿਰ ਲੱਕੜ ਗਿੱਲੀ ਹੋਵੇ, ਤੇ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਨਾ, ਉਹਦੀਆਂ ਜਿਹੜੀਆਂ ਚੂਲਾਂ ਨੇ ਉਹ ਖੋਚਲੀਆਂ ਹੋ ਜਾਂਦੀਆਂ, ਉਹ ਫਿਰ ਹਿੱਲਦਾ ਹੈ, ਕਿਉਂਕਿ ਗਰਮੀ ਵਿੱਚ ਲੱਕੜ ਜਿਹੜੀ ਹੈ ਉਹ ਸੁੱਕ ਜਾਂਦੀ ਹੈ, ਆਪਣੇ ਆਪ ਨੂੰ ਸੰਕੋਚਦੀ ਹੈ। ਸਰਦੀ ਵਿੱਚ ਤੇ ਬਰਸਾਤਾਂ ਵਿੱਚ ਲੱਕੜ ਫੁੱਲ ਜਾਂਦੀ ਹੈ। ਜਦੋਂ ਹੱਥ ਪਾਇਆ ਮੰਜੇ ਨੂੰ ਤੇ ਮੰਜਾ ਹਿੱਲਿਆ, ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਐਸਾ ਕੌਣ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਤੇ ਉਸ ਵੇਲੇ ਮਾਤਾ ਭਾਨੀ ਜੀ ਆ ਹੀ ਰਹੇ ਸਨ। ਉਹਨਾਂ ਦੇਖ ਲਿਆ ਸੀ ਕਿ ਪਿਤਾ ਜੀ ਦੇ ਮੰਜੇ ਵੱਲ ਜਾ ਰਹੇ ਨੇ, ਤੇ ਉਹ ਸੁਰਤ ਜੋੜ ਕੇ ਬੈਠੇ ਹੁੰਦੇ ਪਰਮਾਤਮਾ ਦੇ ਨਾਲ, ਤੇ ਵਿਘਨ ਨਾ ਪਵੇ ਇਸ ਵਾਸਤੇ ਉਧਰ ਨੂੰ ਹੀ ਆ ਰਹੇ ਸਨ। ਉਹਨਾਂ ਆਵਾਜ਼ ਦਿੱਤੀ, ਕਹਿੰਦੇ, ਪਿਤਾ ਜੀ ਇਹ ਦੋਹਿਤਾ ਜੇ ਦੋਹਿਤਾ।
उस वेले गुरु अमरदास महाराज ने बचन किया, कहन लगे ये दोयता नहीं, ये बाणी का बोयथा है। इथे गुरु घर दे विच जदों भी बख्शिश होई है ना, ये वड्डा छोटा नहीं देखा गया। जे गुरु नानक देव जी महाराज ने बख्शिश की ते अपने पुत्रां नूं छड्ड के उन्होंने अपने सेवक नूं गुरता गद्दी बख्शी, क्योंकि उन्हें अपना आपा समर्पित कर दिता गुरु नूं। लैणे तो गुरु अंगद देव जी बन गए। गुरु अंगद देव जी महाराज ने भी सपुत्रां नूं छड्ड के ते रिश्तेदारी विच कुड़माचारी दा रिश्ता है, गुरु अमरदास महाराज नूं गुरता गद्दी दित्ती। गुरु अमरदास महाराज ने अपने पुत्रां नूं भी छड्डिया, वड्डे दमाद नूं भी छड्डिया ते गुरु रामदास महाराज नूं गुरता गद्दी दित्ती। हुण गुरु रामदास महाराज जी दे जीवन काल विच ये उन्हां दे 3 सपुत्र हन। उन्हां देख लिया सी कि प्रिथी चंद जिहड़ा ये लालची सुभाਅ दा है, महादेव वैसे निर्लेप रहिंदा है, ते गुरु अर्जन देव महाराज जी भाणा मनण वाले, हुक्म मनण वाले सन। गुरु अर्जन देव जी महाराज दे बारे वेखो, बचपन विच गुरु अमरदास महाराज ने बचन कर दिते, साध बचन अटलादा। एक पुरख भारी कह दिता ते एक बाणी का बोहथा क्या, ते सब तो वध बाणी गुरु अर्जन देव जी महाराज ने उचारण की है। 2312 उन्हां दे शब्द सलोक छंत अष्टपदियाँ उचेचियां बाणियां, जिद्दां सुखमणी साहिब की बाणी बड़े प्यार दे नाल संगतां इस बाणी का पाठ करदियां ने। 12 माह की बाणी रची, फिर 52 अखरी की बाणी गुरु साहिब जी की। इस तरह सारे पा के शब्द सलोक अष्टपदियाँ छंत पौड़ियाँ, ये 2312 गिनती बनती जो गुरु साहिब जी ने बाणी उचारी है। धन श्री गुरु अर्जन देव जी महाराज एक समा आया, आप जी का विआह आनंद कारज है। प्रिथी चंद दे घर वाली बीबी करमों ते प्रिथी चंद हेहर पिंड दे विच विआह होया। गुरु अर्जन देव महाराज जी जिन्हां दे मऊ पिंड दे विच फलौर दे लागे इत्थे रिश्ता होया ते फिर विआह आनंद कारज सी ना, जदों गुरु साहिब जी चलते चलते नकोदर की धरती ते आए। मैं 2 रूहां दे रूबरू कराउणा जिहड़े ज़्यादातर इतिहासकारां ने लिखिया नहीं है। एक भाई मल जी ते दूजे जिन्हां ने गुरु अर्जन देव महाराज नूं जदों आप जी लाहौर नूं जा रहे सन ते रस्ते विच प्रशादा छकाया सी। गुरु साहिब जी नकोदर की धरती आई तो उत्थे अज गुरुद्वारा सभाएमान है, गुरुद्वारा मालड़ी साहिब गुरु की याद विच। गुरु साहिब जी इत्थे रुके ने ते संगतां हुम हुमा के पहुंचियां ने। ते एक इत्थे भाई मल रहिंदा है, गुरु का श्रद्धालु है, जोड़े बनाउण दा उहदा कारोबार है। एक जोड़ा उन्हें गुरु अर्जन देव जी महाराज वास्ते बनाया है। उन्होंने पता लगा भी गुरु जी आए ने, झोले विच जोड़ा पा के वो गुरु साहिब जी दे दर्शन करन वास्ते आया। ते मैं बेनती करा, जे तुहाडी कमाई हक दी होएगी ना, अंदर शरधा होएगी ते गुरु मंग के भेटा लै लैंदा जी। एक जो मैं आप जी नूं सरवण करा रहा तो एक गुरु तेग बहादुर साहब महाराज के जीवन विच ऐसी कथा आउंदी है कि मंग के भेटा लईए। हुण भाई मल जी वेखदे भी इत्थे संगतां ते बड़ियां कीमती भेटा रख रहीआं ने गुरु दे अगे,
ਤੇ ਭਾਈ ਮੱਲ ਤੂੰ ਇੱਕ ਜੋੜਾ ਬਣਾ ਕੇ ਲਿਆਇਆ ਹੈ। ਤੇ ਉਹਨੇ ਉਹ ਝੋਲੇ ਦਾ ਮੂੰਹ ਹੋਰ ਚੰਗੀ ਤਰ੍ਹਾਂ ਘੁੱਟ ਲਿਆ ਕਿ ਪਤਾ ਹੀ ਨਾ ਲੱਗੇ ਵੀ ਝੋਲੇ ਵਿੱਚ ਕੀ ਹੈ। ਸਾਰਿਆਂ ਨੇ ਭੇਟਾਵਾਂ ਅਰਪਣ ਕੀਤੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਤੁਰ ਕੇ ਭਾਈ ਮੱਲ ਜੀ ਦੇ ਕੋਲ ਆਏ। ਕਹਿੰਦੇ ਭਾਈ ਮੱਲ ਸਾਰਿਆਂ ਨੇ ਭੇਟਾਵਾਂ ਅਰਪਣ ਕਰ ਦਿੱਤੀਆਂ ਤੇ ਜਿਹੜੀ ਤੁਸੀਂ ਭੇਟਾ ਲੈ ਕੇ ਆਏ ਹੋ ਸਾਡੇ ਵਾਸਤੇ ਉਹ ਅਰਪਣ ਕਿਉਂ ਨਹੀਂ ਕਰ ਰਹੇ। ਫਿਰ ਭਾਈ ਮੱਲ ਨੇ ਆਪਣੇ ਹੱਥੀਂ ਗੁਰੂ ਦੇ ਚਰਨਾਂ ਵਿੱਚ ਉਹ ਜੋੜਾ ਪਹਿਨਾਇਆ ਤੇ ਗੁਰੂ ਨੇ ਇੱਕ ਚੋਲਾ ਭਾਈ ਮੱਲ ਨੂੰ ਦਿੱਤਾ। ਕਹਿੰਦੇ ਭਾਈ ਮੱਲ ਇੱਕ ਜੋੜਾ ਤੁਸੀਂ ਸਾਨੂੰ ਪਹਿਨਾਇਆ ਤੇ ਆਹ ਜੋੜਾ ਅਸੀਂ ਤੁਹਾਨੂੰ ਦੇਣੇ। ਫਿਰ ਕਹਿੰਦੇ ਤਿਆਰ ਹੋ ਜਾ, ਕਿਉਂਕਿ ਉਹਦੇ ਤੋਂ ਚੱਲਿਆ ਵੀ ਨਹੀਂ ਸੀ ਜਾਂਦਾ। ਗੁਰੂ ਸਾਹਿਬ ਕਹਿੰਦੇ ਤਿਆਰ ਹੋ ਜਾ, ਤੈਨੂੰ ਬਰਾਤੇ ਲੈ ਕੇ ਜਾਣੇ। ਗੁਰੂ ਨੇ ਉਹਨੂੰ ਤੰਦਰੁਸਤੀ ਬਖਸ਼ੀ ਤੇ ਆਪਣੀ ਬਰਾਤ ਦੇ ਨਾਲ ਲੈ ਕੇ ਗਏ। ਐਸੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਸ਼ਹੀਦੀ ਪੁਰਬ ਹੈ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਵਿਆਹ ਆਨੰਦ ਕਾਰਜ ਮਾਤਾ ਗੰਗਾ ਜੀ ਦੇ ਨਾਲ ਹੋਇਆ, ਜਿਨ੍ਹਾਂ ਦਾ ਨਾਂ ਸੀ ਗੰਗਾ ਦੇਵੀ, ਕ੍ਰਿਸ਼ਨ ਚੰਦ ਜੀ ਦੀ ਉਹ ਸਪੁੱਤਰੀ ਸੀ। ਗੁਰੂ ਸਾਹਿਬ ਨਾਲ ਨਾਤਾ ਜੁੜਿਆ, ਵਿਆਹ ਆਨੰਦ ਕਾਰਜ ਹੋਇਆ ਤੇ ਬੜਾ ਸਤਿਕਾਰ ਦਿੱਤਾ ਅਸੀਂ। ਮਾਤਾ ਗੰਗਾ ਜੀ ਬੜੇ ਸਾਲ ਹੋ ਗਏ ਵਿਆਹ ਆਨੰਦ ਕਾਰਜ ਤੋਂ ਬਾਅਦ, ਕੋਈ ਔਲਾਦ ਨਹੀਂ ਹੈ। ਤੇ ਇੱਕ ਦਿਨ ਮਾਤਾ ਜੀ ਤੇ ਨਾਲ ਘਰ ਵਿੱਚ ਕੰਮ ਕਰਨ ਵਾਲੀ ਬੀਬੀ ਜੋ ਹੈਲਪ ਕਰਦੀ ਸੀ, ਜਿਹੜੇ ਕੱਪੜੇ ਲੱਤੇ ਨੇ ਉਹਨਾਂ ਨੂੰ ਧੁੱਪ ਲਗਾ ਰਹੇ ਨੇ, ਬਾਹਰ ਪਾਏ ਹੋਏ ਨੇ, ਕੁਝ ਛੱਤ ਤੇ ਪਾਏ ਹੋਏ ਨੇ। ਆਪ ਜੀ ਦੀ ਜੇਠਾਣੀ ਹੈ ਪ੍ਰਿਥੀ ਚੰਦ ਦੀ ਘਰ ਦੀ ਬੀਬੀ ਕਰਮੋ ਜੀ, ਉਹਨੇ ਦੇਖਿਆ ਤੇ ਈਰਖਾ ਆ ਗਈ ਅੰਦਰ। ਬੜੀ ਉਦਾਸੀ ਲੈ ਕੇ ਉਹ ਮੰਜੇ ਤੇ ਲੇਟ ਗਈ। ਪ੍ਰਿਥੀ ਚੰਦ ਆਇਆ ਤੇ ਉਹਨੇ ਪੁੱਛਿਆ ਵੀ ਕੀ ਕਾਰਨ ਹੈ। ਕਹਿੰਦੀ ਵੀ ਤੁਸੀਂ ਗੁਰਤਾ ਗੱਦੀ ਪ੍ਰਾਪਤ ਨਹੀਂ ਕਰ ਸਕੇ। ਗੁਰੂ ਪਿਤਾ ਨੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਬਖਸ਼ੀ ਤੇ ਦੇਖੋ ਉਹਨਾਂ ਦੇ ਘਰ ਕਿੰਨੇ ਪਦਾਰਥ ਨੇ, ਤੁਸੀਂ ਵਾਂਝੇ ਰਹਿ ਗਏ। ਤੇ ਪ੍ਰਿਥੀ ਚੰਦ ਪਤਾ ਕੀ ਕਹਿੰਦਾ, ਕਹਿੰਦਾ ਇਹਨਾਂ ਦੇ ਕਿਹੜੀ ਔਲਾਦ ਹੈਗੀ ਹੈ, ਇਹਨਾਂ ਤੇ ਔਂਤਰੇ ਹੀ ਜਾਣਾ ਹੈ ਸੰਸਾਰ ਤੋਂ। ਆ ਸਾਰਾ ਕੁਝ ਤੇ ਆਪਣੇ ਪੁੱਤਰ ਮਿਹਰਬਾਨ ਨੂੰ ਮਿਲਣਾ ਹੈ। ਇਹ ਗੱਲਾਂ ਪ੍ਰਿਥੀ ਚੰਦ ਦੇ ਘਰ ਕੰਮ ਕਰਨ ਵਾਲੀ ਬੀਬੀ ਨੇ ਸੁਣੀਆਂ ਨਹੀਂ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਕੰਮ ਕਰਨ ਵਾਲੀ ਬੀਬੀ ਨੂੰ ਦੱਸੀਆਂ ਨਹੀਂ। ਉਹਨੇ ਫਿਰ ਮਾਤਾ ਗੰਗਾ ਜੀ ਦੇ ਨਾਲ ਗੱਲ ਕਰ ਦਿੱਤੀ ਕਿ ਤੁਹਾਡੀ ਜਠਾਣੀ ਤੇ ਜੇਠ ਤੇ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਤੁਸੀਂ ਸਾਰੇ ਸੰਸਾਰ ਨੂੰ ਦਾਤਾਂ ਵੰਡਦੇ ਹੋ ਤੇ ਮੇਰੀ ਝੋਲੀ ਵਿੱਚ ਵੀ ਦਾਤ ਪਾ ਦਿਓ, ਪੁੱਤਰ ਦੀ ਦਾਤ ਦੇ ਦਿਓ। ਗੁਰੂ ਸਾਹਿਬ ਨੇ ਫਿਰ ਆਪਣੇ ਸਿੱਖ ਨੂੰ ਵਡਿਆਈ ਦਿੱਤੀ ਸੀ, ਕਰਨ ਵਾਲੇ ਆਪ ਹੀ ਨੇ, ਪਰ ਆਪਣੇ ਸਿੱਖ ਨੂੰ ਵਡਿਆਈ ਦੇ ਕੇ ਕਹਿੰਦੇ ਜਾਓ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਾਓ। ਪਹਿਲੀ ਵਾਰੀ ਗਏ, ਝੋਲੀ ਵਿੱਚ ਦਾਤ ਨਹੀਂ ਪਈ। ਦੂਜੀ ਵਾਰੀ ਗਏ, ਬੜੀ ਨਿਮਰਤਾ ਨਾਲ ਨੰਗੇ ਪੈਰੀਂ ਚੱਲ ਕੇ, ਪਹਿਲਾਂ ਰੱਥਾਂ ਉੱਤੇ ਸਵਾਰ ਹੋ ਕੇ ਗਏ ਸਨ। ਹੁਣ ਤੜਕੇ ਉੱਠੇ, ਇਸ਼ਨਾਨ ਕੀਤਾ, ਕੇਸੀ ਹੱਥੀਂ ਆਟਾ ਪੀਸਿਆ, ਮਿੱਸੇ ਪ੍ਰਸ਼ਾਦੇ ਬਣਾਏ, ਦੁੱਧ ਰਿੜਕ ਕੇ ਮੱਖਣ ਲਿਆ, ਨਾਲ ਦਹੀਂ ਲਿਆ, ਲੱਸੀ ਲਈ, ਅਚਾਰ ਗੰਢਾ ਲਿਆ ਤੇ ਆਪ ਸਾਰਾ ਲੰਗਰ ਪ੍ਰਸ਼ਾਦ ਤਿਆਰ ਕਰਕੇ ਜਦੋਂ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੂਰੋਂ ਦੇਖਿਆ ਤੇ ਕਹਿੰਦੇ ਖੁਸ਼ ਹੋ ਕੇ, ਕਹਿੰਦੇ ਮਾਂ ਨੂੰ ਪਤਾ ਸੀ ਕਿ ਪੁੱਤਰ ਨੂੰ ਭੁੱਖ ਲੱਗੀ ਹੈ, ਭਾਵੇਂ ਉਮਰ ਬਾਬਾ ਬੁੱਢਾ ਸਾਹਿਬ ਜੀ ਦੀ ਵਡੇਰੀ ਹੈ,
ਪਰ ਸਤਿਕਾਰ ਉਹਨਾਂ ਦਿੱਤਾ। ਗੁਰੂ ਮਹਿਲ ਹੋਣ ਕਰਕੇ ਮਾਤਾ ਕਹਿ ਕੇ ਸੰਬੋਧਨ ਕੀਤਾ। ਕਹਿੰਦੇ ਮਾਂ ਤੈਨੂੰ ਪਤਾ ਲੱਗ ਗਿਆ ਵੀ ਪੁੱਤਰ ਨੂੰ ਭੁੱਖ ਲੱਗੀ, ਪ੍ਰਸ਼ਾਦਾ ਲੈ ਕੇ ਆਈ। ਪ੍ਰਸ਼ਾਦਾ ਛਕਣ ਲੱਗੇ, ਗੋਡੇ ਤੇ ਰੱਖ ਕੇ ਗੰਢੇ ਨੂੰ ਤੋੜਿਆ। ਉਹਦੇ ਵਿੱਚੋਂ ਜਿਹੜਾ ਸੂਖਮ ਭਾਗ ਹੁੰਦਾ ਹੈ, ਛੋਟਾ ਹਿੱਸਾ ਜਿਹਨੂੰ ਆਪਾਂ ਗੁਲੀ ਕਹਿੰਦੇ ਆ, ਉਹ ਬੁੜਕ ਕੇ ਦੂਰ ਜਾ ਕੇ ਡਿੱਗਿਆ। ਤੇ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਦੇ, ਤੁਹਾਡੇ ਗ੍ਰਹਿ ਵਿਖੇ ਤੁਹਾਡੀ ਕੁੱਖ ਤੋਂ ਪੁੱਤਰ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਏਦਾਂ ਭੰਨੇਗਾ ਜਿਵੇਂ ਅਸੀਂ ਪਿਆਜ਼ ਨੂੰ ਤੋੜਿਆ ਹੈ। ਦੇਖੋ ਗੁਰੂ ਸਾਹਿਬ ਜੀ ਦੀ ਨਿਮਰਤਾ। ਜਦੋਂ ਫਿਰ ਪ੍ਰਾਪਤੀ ਹੋਈ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ, ਸਤਿਕਾਰ ਨਾਲ ਲਿਆਂਦਾ ਗਿਆ, ਗੋਦ ਵਿੱਚ ਆਪਣੇ ਪੁੱਤਰ ਨੂੰ ਦੇ ਦਿੱਤਾ। ਆਖਿਆ ਬਾਬਾ ਬੁੱਢਾ ਸਾਹਿਬ ਜੀ ਲਓ ਅਸ਼ੀਰਵਾਦ ਦਿਓ। ਤੇ ਜਦੋਂ ਗੋਦ ਵਿੱਚ ਲਿਆ ਨਾ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁਣ ਨਾਮ ਹੀ ਰੱਖ ਦਿਓ, ਨਾਮ ਹੀ ਰੱਖ ਦਿਓ। ਤੇ ਜਦੋਂ ਝੂਟੇ ਦਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਚਾਰਨ ਕੀਤਾ, ਇਹ ਤੇ ਮੇਰਾ ਹਰਗੋਬਿੰਦ ਹੈ, ਇਹ ਤੇ ਮੇਰਾ ਹਰਗੋਬਿੰਦ ਹੈ। ਅਸੀਂ ਸਤਿਕਾਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਖਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਨੇ ਸਥਾਨ ਰਚੇ ਹਨ। ਅੰਮ੍ਰਿਤਸਰ ਸਰੋਵਰ ਨੂੰ ਪੱਕਿਆਂ ਕਰਾਇਆ, ਸੰਤੋਖਸਰ ਸਰੋਵਰ ਨੂੰ ਪੱਕਿਆਂ ਕਰਾਇਆ, ਇਹਦੇ ਵਿੱਚ ਹਰਿਮੰਦਰ ਸਾਹਿਬ ਬਣਵਾਇਆ। ਔਰ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ, ਜਿੱਦਾਂ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਸੇ ਤਰ੍ਹਾਂ 4 ਦਰਵਾਜ਼ੇ ਰਖਵਾਏ। ਨੀ ਸਾਈਂ ਮੀਆਂ ਮੀਰ ਤੋਂ ਰਖਵਾਈ। ਔਰ ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਉਹ ਨਗਰ ਵਸਾਇਆ, ਉੱਥੇ ਇੱਕ ਖੂਹ ਗੰਗਸਰ ਲਵਾਇਆ। ਤਰਨ ਤਾਰਨ ਸ਼ਹਿਰ ਵਸਾਇਆ ਤੇ ਤਰਨ ਤਾਰਨ ਸਰੋਵਰ ਦੀ ਸਥਾਪਨਾ ਕੀਤੀ। ਗੁਰੂ ਘਰਾਂ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਸ਼੍ਰੀ ਤਰਨ ਤਾਰਨ ਸਾਹਿਬ ਦਾ ਹੈ। ਔਰ ਪਹਿਲਾ ਕੋੜੀ ਘਰ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨ ਤਾਰਨ ਸਾਹਿਬ ਵਿਖੇ ਬਣਵਾਇਆ ਸੀ। ਕੋਈ ਚੌਧਰੀ ਸੀ ਤੇ ਬੁੱਢਾ ਹੋ ਗਿਆ, ਸਰੀਰ ਦੇ ਉੱਤੇ ਕੋੜ ਦਾ ਰੋਗ ਹੋ ਗਿਆ। ਤੇ ਬੱਚਿਆਂ ਨੇ ਪਤਾ ਕੀ ਸੋਚਿਆ, ਕਹਿੰਦੇ ਇਹਨੂੰ ਜਲ ਦੇ ਵਿੱਚ ਪ੍ਰਵਾਹ ਕਰ ਆਉਣੇ ਆ, ਦਰਿਆ 'ਚ ਸੁੱਟ ਆਉਣੇ। ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਾਹ ਪਈ, ਕਹਿੰਦੇ ਕਿੱਥੇ ਲੈ ਕੇ ਚੱਲੇ ਹੋ? ਜਦੋਂ ਗੱਲ ਦੱਸੀ ਕਹਿੰਦੇ ਨਹੀਂ, ਇੱਧਰ ਲੈ ਕੇ ਆਓ। ਉਹਦਾ ਦਵਾ ਦਾਰੂ ਕੀਤਾ ਗਿਆ, ਉਹ ਰਾਜੀ ਹੋ ਗਿਆ। ਤੇ ਗੁਰੂ ਸਾਹਿਬ ਨੇ ਉੱਥੇ ਕੋੜੀ ਘਰ ਬਣਵਾਇਆ, ਜਿੱਥੇ ਕੋੜੀਆਂ ਦੀ ਸੇਵਾ ਕੀਤੀ ਜਾਂਦੀ ਸੀ। ਕੁਝ ਹੀ ਦਿਨਾਂ ਵਿੱਚ ਉਹਨਾਂ ਦੇ ਰੋਗ ਦੂਰ ਹੁੰਦੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਕਿਤੇ ਕਾਲ ਪੈ ਗਿਆ ਤੇ ਲਾਹੌਰ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਵੀ ਸੇਵਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਪ੍ਰਿਥੀ ਚੰਦ ਨੇ ਵਿਰੋਧ ਕੀਤਾ। ਕੁਝ ਕੁ ਸਮਾਂ ਅੰਮ੍ਰਿਤਸਰ ਰਹੇ, ਫਿਰ ਉੱਥੋਂ ਗੁਰੂ ਕੀ ਵਡਾਲੀ ਚਲੇ ਗਏ ਸਨ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਔਰ ਪ੍ਰਿਥੀ ਚੰਦ ਨੇ ਬੜੇ ਹਮਲੇ ਕਰਵਾਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚ ਜਾਂਦੇ ਰਹੇ। ਜਿੱਦਾਂ ਸੰਖੇਪ ਦੇ ਵਿੱਚ ਜ਼ਿਕਰ ਕਰਾਂ, ਸਪੇਰੇ ਤੋਂ ਸੱਪ ਛਡਵਾਉਣਾ ਤੇ ਦਾਈ ਨੂੰ ਭੇਜਣਾ, ਜਿਹਨੇ ਛਾਤੀ ਤੇ ਜ਼ਹਿਰ ਲਾ ਕੇ ਕੋਸ਼ਿਸ਼ ਕਰਨੀ ਵੀ ਮੈਂ ਦੁੱਧ ਪਿਆਉਣ ਦੇ ਮੈਂ ਬਹਾਨੇ ਬੱਚੇ ਨੂੰ ਮਾਰ ਦੇਵਾਂ ਜ਼ਹਿਰ ਦੇ ਕੇ। ਗੁਰੂ ਸਾਹਿਬ ਜੀ ਨੂੰ ਖਡਾਵੇ ਦੇ ਰਾਹੀਂ ਦਹੀਂ ਵਿੱਚ ਮਿਲਾ ਕੇ ਜ਼ਹਿਰ ਦੇਣ ਦੀ ਕੋਸ਼ਿਸ਼ ਕਰਨੀ।
हर वारी रब ने रखिया कीती। गुरु अर्जन देव महाराज ने एक वारी भी गिला नहीं किया, भरा नूं कुछ नहीं कहा, रब का धन्नवाद किया। जे बुखार आया बड़ा तेज, बुखार उतरिया तां भी शुकराना किया। चेचक की बीमारी आ गई, बड़िया ने सलाहां भी दित्तियां भी इस मंदिर विच मत्था टिकाउणा चाहिए, उत्थे टिकाउणा चाहिए। सतगुरु जी ने आख्या एक अकाल पुरख की ओट लैनी है, जिन्हें ये बालक दिता है ठीक भी करेगा। पिछे जे साध संगत साडे बच्चे दे भी इसे तरह होया, बड़े हस्पतालों दे विच असीं उहनूं दिखाया, आराम ना आवे, बड़े साल लंघ गए। फिर एकदम ही गुरु साहब जी ने किरपा की, 3-4 दिनों विच ही बिना दवाई तो इवें आराम आ गया। गुरु गोबिंद सिंह महाराज की किरपा वरती। फिर डॉक्टरां दे वस की गल नहीं सी, सारे कुछ समा दवाई दे के फिर कहिंदे सी साडे वस की गल नहीं। पर जदों गुरु ने किरपा की उदों फिर 4-5 दिन विच ही वो सारा जिहड़ा रोग सी वो तन तो गायब ही हो गया। इस वास्ते गुरु का आसरा लिया करो। जदों किते ऐदां दी स्थिति बनदी, सलाहां देण वाले बड़े हुंदे ने, पर गुरु अर्जन देव महाराज जी सानू सिखा गए एक उस अकाल पुरख का आसरा लैना, वहमां भरमां विच नहीं पैना। गुरु साहब जी धन श्री गुरु अर्जन देव जी महाराज ने धन श्री गुरु ग्रंथ साहब महाराज की संपादना करवाई और सारी बाणी गुरु नानक देव जी महाराज ने भगतां दी इकट्ठी की और भट्टां दी बाणी समय समय ते उचारी गई। ये जिहड़े भट्ट हन, भट्ट रैया जी होए ने, ते रैया भट्ट दे 3 सपुत्र ने, भट्ट भिखा जी, भट्ट सेखा जी, भट्ट चोखा जी। अगे भट्ट भिखे दे 3 सपुत्र हन, भट्ट कीरत जी, भट्ट जालप जी, भट्ट मथरा जी। भट्ट शेखे दे ते रईए दे पुत्र पोतरे ते शेखे दे पुत्र भट्ट बल जी, भट्ट भल जी, भट्ट सल जी। चोखे दे पुत्र सन कल सहार जी ते भट्ट ग्यंद जी। इन्हां ने बाणी उचारी और इन्हां दे नाल भट्ट नल जी ते भट्ट हरबंस जी की बाणी। कबीर साहब जी की भगत बाणी दे विच सब तो ज़्यादा बाणी है, 537 के करीब, कईयां ने 40 भी गिणती की है, दास ने गिणे ते 537 कबीर साहब जी के शब्द सलोक। 116 बाबा फरीद जी दे हन, 61 शब्द नामदेव जी दे हन, 40 भगत रविदास जी दे हन, 4 भगत त्रिलोचन दे हन, भगत बेणी ते भगत धना जी दे 3-3 शब्द हन, 2 भगत भीखण दे ते 2 भगत जयदेव जी दे ते भगत पीपा जी, रामानंद जी, परमानंद जी, सदना जी, सूरदास जी। ये जिन्ने भी भगत हैं इन्हां दा एक एक शब्द है। ये 6 भगत ने जिन्हां दा एक एक शब्द है गुरबाणी दे विच। ये सारी बाणी गुरु साहब जी ने एकत्र की और गुरु अंगद देव जी महाराज नूं दित्ती। तित मैल जो शब्द होआ सो पोथी गुरु अंगद जोग मिली। उन्हां तो गुरु अमरदास महाराज जी दे कोल आई, फिर गुरु रामदास महाराज जी दे कोल ते फिर गुरु अर्जन देव महाराज जी दे कोल बाणी इकत्तर हुई ते भाई गुरदास जी की लिखाई की सेवा लई लिखारी बने भाई गुरदास जी। होर बड़े सेवकां दी नाल सेवा सी, कोई शाही का प्रबंध कर रहा है, कोई कागज का, कोई पहरेदारी कर रहा है, कोई लंगर का प्रबंध कर रहा है।
ਭਾਈ ਗੁਰਦਾਸ ਜੀ ਤੋਂ ਸਾਰੀ ਬਾਣੀ ਲਿਖਵਾਈ ਗੁਰੂ ਅਰਜਨ ਦੇਵ ਮਹਾਰਾਜ ਨੇ 30 ਰਾਗਾਂ ਦੇ ਵਿੱਚ। ਤੇ 31 ਰਾਗ ਉਦੋਂ ਸ਼ਾਮਲ ਹੋਇਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਬੋਲ ਕੇ ਭਾਈ ਮਣੀ ਸਿੰਘ ਤੋਂ ਬਾਣੀ ਲਿਖਵਾਈ ਸੀ, 9 ਮਹੀਨੇ 9 ਘੜੀਆਂ 9 ਪਹਿਰ 9 ਪਲਾਂ ਦਾ ਸਮਾਂ ਲੱਗਿਆ ਸੀ। ਔਰ ਸਾਰੀ ਬਾਣੀ ਭਾਈ ਮਣੀ ਸਿੰਘ ਤੋਂ ਲਿਖਵਾਈ ਤੇ ਬਾਬਾ ਦੀਪ ਸਿੰਘ ਜੀ ਨੇ ਨਾਲ ਨਾਲ ਉਤਾਰਾ ਕਰਨਾ ਕੀਤਾ। ਫਿਰ ਉਹਨਾਂ ਨੇ ਇਹ ਉਤਾਰੇ ਕਰਕੇ ਤੇ ਤਖਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪਹੁੰਚਾਉਣੇ ਕੀਤੇ। ਇੱਕ ਅਰਬੀ ਭਾਸ਼ਾ ਵਿੱਚ ਵੀ ਉਤਾਰਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 2312 ਹਨ। 63 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਹਨ ਔਰ 869 ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਸ਼ਲੋਕ, 638 ਗੁਰੂ ਰਾਮਦਾਸ ਮਹਾਰਾਜ ਜੀ ਦੇ, 2312 ਗੁਰੂ ਅਰਜਨ ਦੇਵ ਮਹਾਰਾਜ ਦੇ। ਸਭ ਤੋਂ ਜ਼ਿਆਦੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰੀ ਹੈ। ਔਰ ਸਿੱਖਾਂ ਦੀ ਵੀ ਬਾਣੀ ਹੈ। 3 ਸ਼ਬਦ ਭਾਈ ਮਰਦਾਨਾ ਜੀ ਦੇ ਨਾਂ ਤੇ ਸੁੰਦਰ ਜੀ ਉਹਨਾਂ ਦੇ 6 ਪਦੇ ਹਨ। ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਨੇ ਰਾਮਕਲੀ ਰਾਗ ਦੇ ਵਿੱਚ ਇੱਕ ਵਾਰ ਉਚਾਰੀ ਹੈ, ਜਿਹਦੀਆਂ ਕੇਵਲ ਪੌੜੀਆਂ ਹੀ ਹਨ। 6 ਤੇ 8 14 ਪੌੜੀਆਂ ਹਨ। ਉਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਹਨ। ਇਸ ਤਰ੍ਹਾਂ ਇਹ ਸਾਰੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਈ। ਤੇ ਜਦੋਂ ਬਾਣੀ ਲਿਖੀ ਗਈ, ਜਲਦ ਬੰਨਣ ਵਾਲੀ ਰਹਿ ਗਈ ਸੀ। ਥਾਂ ਥਾਂ ਤੇ ਹੁਕਮਨਾਮੇ ਭੇਜਦੇ ਵੀ ਆਓ ਦਰਸ਼ਨ ਕਰੋ ਆ ਕੇ। ਤੇ ਬਹੁਤ ਵੱਡੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ। ਸਾਰਿਆਂ ਨੇ ਦਰਸ਼ਨ ਕੀਤੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰੀਏ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਤੁਹਾਨੂੰ ਸਲਾਹ ਦੇਣੀ ਇੱਦਾਂ ਹੋਵੇਗੀ ਜਿਵੇਂ ਸੂਰਜ ਦੇ ਸਾਹਮਣੇ ਜੁਗ ਨੂੰ ਟਿਮ ਟਮਾਉਂਦਾ ਹੋਵੇ। ਪਰ ਫਿਰ ਵੀ ਤੁਸੀਂ ਮੈਨੂੰ ਪੁੱਛਿਆ ਵਾ, ਮੇਰਾ ਫਰਜ਼ ਹੈ ਜਵਾਬ ਦੇਣਾ। ਮੈਂ ਸੇਵਕ ਹਾਂ ਤੁਹਾਡਾ। ਜੋ ਹਰਿਮੰਦਰ ਸਾਹਿਬ ਆਪ ਜੀ ਨੇ ਤਿਆਰ ਕਰਵਾਇਆ ਨਾ, ਉੱਥੇ ਪ੍ਰਕਾਸ਼ ਕੀਤਾ ਜਾਵੇ। ਤੇ ਅਸਲ ਵਿੱਚ ਤਿਆਰ ਇਸੇ ਵਾਸਤੇ ਕਰਵਾਇਆ ਸੀ ਕਿ ਇਹ ਧੁਰ ਕੀ ਬਾਣੀ ਦੀ ਸੰਪਾਦਨਾ ਹੋਣੀ ਹੈ ਤੇ ਇਹਦੇ ਪ੍ਰਕਾਸ਼ ਵਾਸਤੇ ਵੀ ਜਿਹੜੀ ਜਗ੍ਹਾ ਵਾ ਉਹ ਅਤੀ ਪਵਿੱਤਰ ਹੋਣੀ ਚਾਹੀਦੀ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਤੁਸੀਂ ਆਪਣੇ ਸਿਰ ਦੇ ਉੱਤੇ ਗ੍ਰੰਥ ਸਾਹਿਬ ਲਓਗੇ, ਅਸੀਂ ਚੌਰ ਸਾਹਿਬ ਕਰਾਂਗੇ। ਤੇ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਵਾਇਆ ਗੁਰੂ ਅਰਜਨ ਦੇਵ ਮਹਾਰਾਜ ਨੇ। ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੀ। ਪਹਿਲਾ ਹੁਕਮਨਾਮਾ, ਸੂਹੀ ਮਹੱਲਾ 5ਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਸਾਹਿਬ ਜੀ ਨੇ ਦੇਖਿਆ ਨਾ, ਜਦੋਂ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਨੇ ਤੇ ਗ੍ਰੰਥ ਸਾਹਿਬ ਉਸੇ ਤਰ੍ਹਾਂ ਸੁਖਾਸਨ ਰੂਪ ਦੇ ਵਿੱਚ ਹੈ, ਤੇ ਉਹਨਾਂ ਆਵਾਜ਼ ਦਿੱਤੀ, ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ। ਕਹਿੰਦੇ ਸਾਰਿਆਂ ਨੂੰ ਸੁਣਾ ਕੇ ਲਿਹੋ ਆਵਾਜ਼ ਤੋਂ ਭਾਵ ਹੁਕਮਨਾਮਾ ਲਓ। ਅਦਬ ਸਹਿਤ ਗ੍ਰੰਥ ਜਬ ਖੋਲਾ, ਲੈ ਆਵਾਜ਼ ਬੁੱਢਾ ਤਬ ਬੋਲਾ। ਫਿਰ ਉਹਨਾਂ ਨੇ ਇਹ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਾਇਆ ਸੀ। ਸਾਰਾ ਦਿਨ ਦੀਵਾਨ ਸੱਜਿਆ। ਰਾਤ ਨੂੰ ਜਦੋਂ ਸੁਖਾਸਨ ਹੋਣਾ ਤੇ ਸਿੱਖਾਂ ਨੇ ਪੁੱਛਿਆ, ਗੁਰੂ ਸਾਹਿਬ ਜੀ ਹੁਣ ਵਿਸ਼ਰਾਮ ਕਿੱਥੇ ਕਰਨਗੇ ਗ੍ਰੰਥ ਸਾਹਿਬ? ਉਦੋਂ ਗੁਰੂ ਸ਼ਬਦ ਲੱਗਾ ਨਹੀਂ ਸੀ। ਗ੍ਰੰਥ ਸਾਹਿਬ ਜਾਂ ਬੀੜ ਸਾਹਿਬ ਇਹ ਨਾਂ ਹੁੰਦੇ ਸਨ। ਕਹਿੰਦੇ ਜਿੱਥੇ ਅਸੀਂ ਆਰਾਮ ਕਰਦੇ ਹਾਂ ਨਾ,
ਉਸੇ ਕੋਠੜੀ ਦੇ ਵਿੱਚ ਪਲੰਘਾ ਸਾਹਿਬ ਦੇ ਉੱਤੇ ਗ੍ਰੰਥ ਸਾਹਿਬ ਵਿਸ਼ਰਾਮ ਕਰਨਗੇ ਤੇ ਪੁੱਛ ਲਿਆ ਵੀ ਤੁਸੀਂ ਕਿੱਥੇ ਵਿਸ਼ਰਾਮ ਕਰੋਗੇ। ਹੁਣ ਵੇਖੋ ਨਿਮਰਤਾ ਦੇ ਸ਼ਾਂਤੀ ਦੇ ਪੁੰਜ, ਕਿੰਨਾ ਸਤਿਕਾਰ ਕੀਤਾ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਭਾਵੇਂ ਉਦੋਂ ਗੁਰੂ ਪਦਵੀ ਨਹੀਂ ਮਿਲੀ, ਗ੍ਰੰਥ ਸਾਹਿਬ ਜਾਂ ਬੀੜ ਸਾਹਿਬ ਕਹਿੰਦੇ ਸਨ, ਕਿਉਂਕਿ ਆਪ ਸਤਿਕਾਰ ਕੀਤਾ, ਫਿਰ ਹੀ ਸਾਨੂੰ ਕਿਹਾ ਵੀ ਵੱਧ ਤੋਂ ਵੱਧ ਸਤਿਕਾਰ ਕਰੋ। ਔਰ 7ਵੇਂ ਜਾਮੇ ਵਿੱਚ ਤੇ ਕਹਿ ਦਿੱਤਾ, ਜਿਨ ਭੈ ਅਧ ਬੰਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਅਸੀਂ ਉਸ ਪਲੰਘੇ ਦੇ ਥੱਲੇ ਜ਼ਮੀਨ ਤੇ ਨਿਵਾਸ ਕਰਾਂਗੇ, ਆਰਾਮ ਕਰਾਂਗੇ। ਅੱਜ ਵੀ ਸਾਧ ਸੰਗਤ ਜੀ ਉਹ ਸੁਖਾਸਨ ਸਾਹਿਬ ਦੇ ਅੰਦਰ, ਕੋਠਾ ਸਾਹਿਬ ਦੇ ਅੰਦਰ ਇੱਕ ਦਰੀ ਤੇ ਇੱਕ ਚਾਦਰ ਵਿਛਾਈ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਵਿੱਚ। ਉਧਰੋਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਇੱਕ ਰਿਸ਼ਤਾ ਆਇਆ ਹੈ। ਅਸਲ ਵਿੱਚ ਚੰਦੂ ਨੇ ਲਾਗੀ ਭੇਜੇ ਵੀ ਕਿਸੇ ਉੱਚੇ ਘਰ ਦੇ ਵਿੱਚ ਬੱਚੀ ਦਾ ਰਿਸ਼ਤਾ ਕਰਕੇ ਆਓ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਰਿਸ਼ਤਾ ਜੋੜ ਗਏ ਨੇ। ਜਦੋਂ ਉਹਨਾਂ ਜਾ ਕੇ ਦੱਸਿਆ ਤੇ ਅਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ, ਚਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਆਪਣੇ ਆਪ ਨੂੰ ਉੱਚਾ ਦੱਸਿਆ ਤੇ ਗੁਰੂ ਘਰ ਨੂੰ ਨੀਵਾਂ। ਦਿੱਲੀ ਦੀ ਸੰਗਤ ਨੂੰ ਪਤਾ ਲੱਗਾ, ਜਿੰਨਾ ਚਿਰ ਨੂੰ ਉਹ ਸਗਨ ਭੇਜਦਾ ਉਦੋਂ ਪਹਿਲਾਂ ਹੀ ਸਿੱਖ ਪਹੁੰਚ ਗਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਅਹੰਕਾਰੀ ਦੀ ਬੱਚੀ ਦਾ ਰਿਸ਼ਤਾ ਨਾ ਪ੍ਰਵਾਨ ਕਰਿਓ ਜੀ। ਇਹਨੇ ਅਪ ਸ਼ਬਦ ਬੋਲੇ ਨੇ, ਅਹੰਕਾਰ ਦਾ ਭਰਿਆ ਹੋਇਆ ਹੈ। ਤੇ ਦਿੱਲੀ ਦੀ ਸੰਗਤ ਨਾਲ ਗੁਰੂ ਸਾਹਿਬਾਨਾਂ ਦਾ ਅਥਾਹ ਪਿਆਰ ਰਿਹਾ ਹੈ। ਉਹਨਾਂ ਉਸੇ ਵੇਲੇ ਬੇਨਤੀ ਪ੍ਰਵਾਨ ਕੀਤੀ, ਰਿਸ਼ਤਾ ਜਿਹੜਾ ਸੀ ਉਹ ਠੁਕਰਾ ਦਿੱਤਾ, ਸ਼ਗਨ ਜਿਹੜਾ ਸੀ ਮੋੜ ਦਿੱਤਾ। ਚੰਦੂ ਸੜ ਬਲ ਕੇ ਕੋਲੇ ਹੋ ਗਿਆ। ਹੁਣ ਉਹ ਵੀ ਚਾਹੁੰਦਾ ਸੀ ਮੈਂ ਬਦਲਾ ਲਵਾਂ। ਫਿਰ ਨਕਸ਼ਬੰਦੀ ਜਿਹੜੇ ਸਨ ਉਹਨਾਂ ਦਾ ਵੀ ਯੋਗਦਾਨ, ਜਹਾਂਗੀਰ ਵੀ ਚਾਹੁੰਦਾ ਸੀ। ਉਹ ਆਪ ਲਿਖਦਾ ਹੈ ਕਿ ਇਹ ਜੋ ਉਹ ਝੂਠ ਦੀ ਦੁਕਾਨ ਕਹਿੰਦਾ ਹੈ ਗੁਰੂ ਘਰ ਨੂੰ, ਕਹਿੰਦਾ ਮੈਂ ਬੜੇ ਚਿਰ ਤੋਂ ਸੋਚਦਾ ਸਾਂ ਇਹ ਬੰਦ ਹੋ ਜਾਏ। ਔਰ ਉਹਦਾ ਆਪਣਾ ਵੀ ਇਹ ਇਰਾਦਾ ਸੀ ਵੀ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਵੇ। ਉਧਰੋਂ ਭਾਣਾ ਇਹ ਵਰਤਿਆ ਵੀ ਖੁਸਰੋ ਨੇ ਬਗਾਵਤ ਕਰ ਦਿੱਤੀ। ਉਹ ਲੰਘਿਆ ਗੋਇੰਦਵਾਲ ਦੇ ਰਸਤੇ। ਗੁਰੂ ਸਾਹਿਬ ਜੀ ਉਦੋਂ ਤਰਨ ਤਾਰਨ ਸਨ, ਪਰ ਇਹ ਕਹਿ ਦਿੱਤਾ ਗਿਆ ਵੀ ਗੁਰੂ ਨੇ ਉਹਨੂੰ ਤਿਲਕ ਵੀ ਲਾਇਆ ਤੇ ਉਹਦੀ ਮਦਦ ਵੀ ਕੀਤੀ, ਉਹਨੂੰ ਮਾਇਆ ਵੀ ਦਿੱਤੀ, ਉਹਨੂੰ ਪ੍ਰਸ਼ਾਦਾ ਵੀ ਛਕਾਇਆ। ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਲਾਹੌਰ ਦਰਬਾਰ ਤੋਂ ਪੁਲਿਸ ਭੇਜੀ ਗਈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਆ ਗਏ। ਉਹਨਾਂ ਤੇ ਕਹਿ ਕੇ ਭੇਜਿਆ ਵੀ ਘਰ ਘਾਟ ਹੀ ਜ਼ਬਤ ਕਰ ਲਓ, ਮਾਲ ਡੰਗਰ ਵੀ, ਸਭ ਕੁਝ ਵਸਤੂਆਂ ਜ਼ਬਤ ਕਰ ਲਓ। ਪਰ ਜਦੋਂ ਉਹਨਾਂ ਆ ਕੇ ਸਿਪਾਹੀਆਂ ਨੇ ਦਰਸ਼ਨ ਕੀਤੇ, ਗੁਰੂ ਘਰ 'ਚੋਂ ਉਹਨਾਂ ਪ੍ਰਸ਼ਾਦਾ ਛਕਿਆ, ਬੜੀ ਨਿਮਰਤਾ ਵਿੱਚ ਆ ਕੇ ਉਹਨਾਂ ਗੱਲ ਕੀਤੀ। ਗੁਰੂ ਸਾਹਿਬ ਕਹਿੰਦੇ ਤੁਸੀਂ ਪਹੁੰਚੋ, ਅਸੀਂ ਤੁਹਾਡੇ ਤੋਂ ਬਾਅਦ ਆਉਨੇ ਆ। ਗੁਰੂ ਸਾਹਿਬ ਜੀ ਫਿਰ ਹੁਣ ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਇਹਨਾਂ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਔਰ ਇਹ ਕਹਿ ਕੇ ਵੀ ਅਸੀਂ ਸ਼ਾਂਤੀ ਦੇ ਨਾਲ, ਵੈਰੀ ਦੇ ਨਾਲ ਗੱਲਬਾਤ ਕਰਨ ਚੱਲੇ, ਜੇ ਉਹ ਬਾਜ ਨਾ ਆਇਆ ਤੇ ਫਿਰ ਸ਼ਸਤਰ ਧਾਰਨ ਕਰਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੁਕਮ ਦੇ ਗਏ ਨੇ। ਔਰ ਗੁਰੂ ਸਾਹਿਬ ਜੀ ਗਏ ਨੇ ਤੇ ਉੱਥੇ ਹੁਣ ਲਾਹੌਰ ਦਰਬਾਰ ਦੇ ਵਿੱਚ ਆਖਿਆ ਗਿਆ ਵੀ ਇੱਦਾਂ ਕਰੋ ਵੀ ਜਾਂ ਤੇ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ, ਜਿਹੜਾ ਗ੍ਰੰਥ ਤਿਆਰ ਗ੍ਰੰਥ ਤਿਆਰ ਕੀਤਾ ਤੁਸੀਂ, ਉਹਦੇ ਵਿੱਚ ਸਿਫਤ ਲਿਖ ਦਿਓ,
ਜਾਂ ਤੁਸੀਂ ਇਸਲਾਮ ਧਰਮ ਪ੍ਰਵਾਨ ਕਰ ਲਓ ਤੇ ਜਾਂ ਫਿਰ ਤੁਸੀਂ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਆਖਿਆ ਵੀ ਇਹਦੇ ਵਿੱਚ ਜੋ ਤੁਸੀਂ ਕਹਿੰਦੇ ਹੋ ਉਹ ਲਿਖਿਆ ਨਹੀਂ ਜਾ ਸਕਦਾ, ਤੇ ਇਸਲਾਮ ਜਿਹੜਾ ਵਾ ਉਹ ਅਸੀਂ ਧਾਰਨ ਨਹੀਂ ਕਰਨਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਤੇ ਉਧਰੋਂ ਚੰਦੂ ਨੇ ਬਾਦਸ਼ਾਹ ਨੂੰ ਕਿਹਾ ਵੀ ਇੱਦਾਂ ਕਰੋ, ਮੇਰੇ ਹਵਾਲੇ ਕਰ ਦਿਓ, ਮੈਂ ਇਹਨਾਂ ਤੋਂ ਪੈਸੇ ਲੈ ਕੇ ਤੁਹਾਨੂੰ ਦੇਵਾਂਗਾ। ਹੁਣ ਚੰਦੂ ਨੇ ਹਵੇਲੀ ਦੇ ਵਿੱਚ ਕੈਦ ਕਰ ਲਿਆ ਹੈ, ਸਿਪਾਹੀਆਂ ਨੂੰ ਤਾੜਨਾ ਕਰਦੀ ਹੈ ਵੀ ਇਹਨਾਂ ਨੂੰ ਨਾ ਤੇ ਲੰਮੇ ਪੈਣ ਦੇਣਾ, ਨਾ ਇਹਨਾਂ ਨੂੰ ਪਾਣੀ ਦੇਣਾ ਤੇ ਨਾ ਕੁਝ ਖਾਣ ਵਾਸਤੇ ਦੇਣਾ। ਜੇ ਇਹ ਪਾਣੀ ਮੰਗਣ, ਇਹਨਾਂ ਨੂੰ ਕਹਿਣਾ ਵੀ ਪਹਿਲਾਂ 1 ਲੱਖ ਰੁਪਈਆ ਦਿਓ ਤੇ ਫਿਰ ਪਾਣੀ ਮਿਲੇਗਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ। ਤੇ ਜੇ ਪ੍ਰਸ਼ਾਦਾ ਮੰਗਣ, ਕੁਝ ਖਾਣ ਨੂੰ ਮੰਗਣ, ਫਿਰ ਵੀ ਪਹਿਲਾਂ 1 ਲੱਖ ਰੁਪਈਆ ਸ਼ਰਤ ਰੱਖਣੀ ਹੈ। ਤੇ ਜੇ ਕਹਿਣ ਅਸੀਂ ਆਰਾਮ ਕਰਨਾ, ਲੰਮੇ ਪੈਣਾ, ਤੇ ਲੰਮੇ ਵੀ ਨਹੀਂ ਪੈਣ ਦੇਣਾ। ਗੁਰੂ ਸਾਹਿਬ ਨੇ ਨਾ ਪਾਣੀ ਮੰਗਿਆ, ਨਾ ਪ੍ਰਸ਼ਾਦਾ ਮੰਗਿਆ, ਨਾ ਕਿਹਾ ਵੀ ਅਸੀਂ ਲੰਮੇ ਪੈ ਕੇ ਆਰਾਮ ਕਰਨਾ, ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਸਰੀਰ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ, ਤੇ ਫਿਰ ਚੰਦੂ ਨੇ ਆਖਿਆ ਵੀ ਇਹਨਾਂ ਨੂੰ ਕਸ਼ਟ ਦਿਓ, ਦੁੱਖ ਦਿਓ। ਵੈਸੇ ਵੀ ਜਾਸ਼ਾ ਦੇ ਕਾਨੂੰਨ ਦੇ ਅਧੀਨ ਸਜ਼ਾ ਦੇਣ ਦਾ ਹੁਕਮ ਹੋਇਆ ਸੀ। ਜਾਸ਼ਾ ਦਾ ਕਾਨੂੰਨ ਕਹਿੰਦਾ ਹੈ, ਜੋ ਚੰਗੇਜ਼ ਖਾਨ ਦੀ ਸਭਾ ਵਿੱਚ ਬਣਿਆ ਸੀ, ਵੀ ਜਿਹਨੂੰ ਵੀ ਮੌਤ ਦੇ ਘਾਟ ਉਤਾਰਨਾ ਹੈ, ਉਹਦੇ ਸਰੀਰ ਵਿੱਚੋਂ ਖੂਨ ਦਾ 1 ਕਤਰਾ ਵੀ ਨਹੀਂ ਨਿਕਲਣਾ ਚਾਹੀਦਾ। ਉਹਨਾਂ ਕੀ ਕੀਤਾ ਵੀ ਦੇਗ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਬਾਲਣਾ ਕੀਤਾ। ਫਿਰ ਇੱਕ ਤਵੀ ਤਪਾਈ ਗਈ, ਲਾਲ ਕੀਤੀ ਗਈ, ਆਖਿਆ ਵੀ ਇਹਦੇ ਉੱਤੇ ਬੈਠੋ। ਛਾਲੇ ਪਹਿਲਾਂ ਹੀ ਹੋਏ ਪਏ ਨੇ। ਛਾਲੇ ਛਾਲੇ ਹੋ ਗਿਆ ਜੋਸਾ ਸੱਚੀ ਸਰਕਾਰ ਦਾ, ਮੀਆਂ ਮੀਰ ਵੇਖਿਆ ਰੋਂਦਾ ਤੇ ਧਾਹਾਂ ਮਾਰਦਾ। ਕਹਿੰਦੇ ਇਸ ਤਵੀ ਤੇ ਬੈਠੋ। ਸਤਿਗੁਰੂ ਜੀ ਨੇ ਪਹਿਲਾਂ ਸੱਜਾ ਚਰਨ ਰੱਖਿਆ ਤੇ ਸਰ ਕਰਦੀ ਆਵਾਜ਼ ਆਈ, ਜਿੱਦਾਂ ਤਤੇ ਤਵੇ ਤੇ ਪਾਣੀ ਪਾਈਏ ਨਾ ਤੇ ਆਵਾਜ਼ ਆਉਂਦੀ, ਇਸ ਤਰ੍ਹਾਂ ਆਵਾਜ਼ ਆਈ। ਦੂਸਰਾ ਚਰਨ ਵੀ ਟਿਕਾ ਲਿਆ, ਕੁਝ ਸਮਾਂ ਖੜੇ ਰਹੇ, ਫਿਰ ਬੈਠ ਗਏ। ਉਧਰੋਂ ਸੀਸ ਦੇ ਵਿੱਚ ਤਤੀ ਰੇਤਾ ਕਰਕੇ ਪਾਈ ਜਾਣ ਲੱਗੀ ਹੈ। ਉਹ ਗੁਰਦਿੱਤਾ ਜਿਹਦੇ ਤੋਂ ਰੇਤਾ ਪਵਾਈ ਸੀ, ਉਹ ਕੜਛਾ ਉਹਨੇ ਸੰਭਾਲ ਕੇ ਰੱਖਿਆ ਸੀ। ਚੰਦੂ ਫਿਰ ਉਸੇ ਕੜਛੇ ਦੇ ਨਾਲ ਮਰਿਆ ਸੀ। ਗੁਰੂ ਸਾਹਿਬ ਜੀ ਦਾ ਸਰੀਰ ਨਿਢਾਲ ਹੋ ਗਿਆ ਹੈ, ਆਤਮਾ ਬਲਵਾਨ ਹੈ। ਸਿਪਾਹੀ ਸਜ਼ਾ ਦੇ ਦੇ ਕੇ ਥੱਕ ਗਏ, ਉਹ ਨਾ ਆਪਣੇ ਆਪੇ ਤੋਂ ਹੀ ਬਾਹਰ ਹੋ ਗਏ, ਜਿਹਨੂੰ ਕਹਿੰਦੇ ਬੁਖਲਾ ਜਾਣਾ। ਉਹਨਾਂ ਨੂੰ ਇਹ ਗੱਲ ਹੀ ਭੁੱਲ ਗਈ ਵੀ ਜਾਸ਼ਾ ਦੇ ਕਾਨੂੰਨ ਦੇ ਅਧੀਨ ਸਜ਼ਾ ਦੇਣੀ ਹੈ। ਉਹਨਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਪੱਥਰ ਵੀ ਮਾਰੇ। ਜਦੋਂ ਪੱਥਰ ਮਾਰੇ ਤੇ ਸਰੀਰ ਚੋਂ ਖੂਨ ਬਾਹਰ ਆਇਆ। ਉਹ ਘਬਰਾ ਗਏ ਕਿ ਕਿਤੇ ਸਾਨੂੰ ਹੀ ਸਜ਼ਾ ਨਾ ਮਿਲ ਜਾਏ। ਉਹਨਾਂ ਇਹ ਗੱਲ ਫੈਲਾ ਦਿੱਤੀ ਵੀ ਗੁਰੂ ਸਾਹਿਬ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਰਾਵੀ 'ਚ ਇਸ਼ਨਾਨ ਕਰਨ ਦੀ। ਅਸਲ ਵਿੱਚ ਉਹ ਨਿਢਾਲ ਹੋਏ ਸਰੀਰ ਨੂੰ ਚੁੱਕ ਕੇ ਰਾਵੀ ਵੱਲ ਲੈ ਗਏ। ਰਸਤੇ ਵਿੱਚ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਹੈ। ਉਹਨੇ ਇੱਦਾਂ ਲਿਖਿਆ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਆਪਣੇ ਮਖਾਰ ਬਿੰਦ 'ਚੋਂ ਕਹਿ ਰਹੇ ਨੇ। ਕਿਸੇ ਨੇ ਕਹਿ ਦਿੱਤਾ ਵੀ ਸਿੱਖੀ ਦਾ ਬੂਟਾ ਮੁਰਝਾ ਗਿਆ ਹੈ, ਤੇ ਕਵੀ ਕਹਿੰਦਾ ਗੁਰੂ ਨੇ ਆਖਿਆ ਵੀ ਨਹੀਂ, ਇਹ ਮੁਰਝਾ ਨਹੀਂ ਸਕਦਾ। ਕੁਝ ਹੀ ਦਿਨ ਵਿੱਚ ਫੁੱਲ ਇਸ ਦੇ ਖਿਲਰ ਜਾਣਗੇ ਸਾਰੇ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ,
ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੇਗੀ ਚਮਕੌਰ ਦੀ ਜੂਹ ਸਾਰੀ। ਟੁੱਟੇ ਗੁੱਲ ਤੋਂ ਜਦੋਂ ਬਹਾਰ ਅੰਦਰ, ਅੱਧ ਖਿੜੇ ਹੀ ਟਹਿਣੀਆਂ ਤੋੜ ਕੇ ਤੇ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਲਾਗੇ ਖਿਜਾਨੇ ਇਸ ਦੇ ਢੁਕਣਾ ਨਹੀਂ, ਔੜ ਲੱਗੀ ਤੇ ਇਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਗੁਰੂ ਸਾਹਿਬ ਜੀ ਦੇ ਨਿਢਾਲ ਹੋਏ ਸਰੀਰ ਨੂੰ ਰਾਵੀ ਦੇ ਵਿੱਚ ਪ੍ਰਵਾਹ ਕੀਤਾ ਗਿਆ। ਗੁਰੂ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ। ਬਾਅਦ ਵਿੱਚ ਸਿੱਖਾਂ ਨੇ ਆ ਕਰਕੇ ਜਿਹੜੇ 5 ਸਿੱਖ ਨਾਲ ਗਏ ਸਨ, ਉਹਨਾਂ ਨੂੰ ਵੱਖਰਾ ਕੈਦ ਕੀਤਾ ਹੋਇਆ ਸੀ। ਉਹਨਾਂ ਨੇ ਆ ਕੇ ਫਿਰ ਸਾਰੀ ਖਬਰ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਤੇ ਭਾਈ ਗੁਰਦਾਸ ਜੀ ਨੇ ਵਚਨ ਕੀਤਾ, ਕਹਿਣ ਲੱਗੇ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਹੁਣ ਬਲਵਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ। ਜਿਨ੍ਹਾਂ ਆਖਿਆ ਸੀ ਕਿ ਤੁਸੀਂ ਜਿੰਨਾ ਮਰਜ਼ੀ ਦਬਾਓ, ਕੋਸ਼ਿਸ਼ ਕਰ ਲਓ ਸੱਚ ਨੂੰ ਦਬਾਉਣ ਦੀ, ਪਰ ਜਦੋਂ ਵਕਤ ਬਦਲਦਾ ਨਾ, ਉਹਦੀ ਰਫ਼ਤਾਰ ਨੂੰ ਕੋਈ ਨਹੀਂ ਰੋਕ ਸਕਦਾ। ਤੁਸੀਂ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਧਰ ਮੇਰੇ ਪੁੱਤਰ ਦੀ ਜਿਹੜੀ ਤਲਵਾਰ ਹੋਈ ਉਹਨੂੰ ਰੋਕਿਆ ਨਹੀਂ ਜਾਣਾ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ 2 ਤਲਵਾਰਾਂ ਪਹਿਨੀਆਂ ਸਨ ਤੇ ਤੁਹਾਡੀ ਅਬਦੁੱਲਾ ਜੀ ਤੇ ਨੱਥਾ ਮੱਲ ਜੀ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ। ਉਹਨਾਂ ਨੇ ਫਿਰ ਵਾਰਾਂ ਗਾਈਆਂ ਸਨ। ਸ਼ਹਾਦਤ ਤੋਂ ਬਾਅਦ ਇਨਕਲਾਬ ਆਇਆ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਤਖਤ ਬਣਾਇਆ। ਤਖਤ ਦੀ ਪਹਿਲੀ ਇੱਟ ਗੁਰੂ ਸਾਹਿਬ ਨੇ ਆਪ ਰੱਖੀ। ਤੇ ਮੈਂ ਇੱਥੇ ਜ਼ਿਕਰ ਕਰਦੇ ਹਾਂ, ਜਦੋਂ ਸੰਤੋਖ ਸਰ ਸਰੋਵਰ ਦੀ ਖੁਦਾਈ ਦਾ ਪਹਿਲਾ ਟੱਪ ਲੱਗਾ ਨਾ, ਉਹ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਲਾਇਆ ਸੀ, ਜਦੋਂ ਉਹ ਸੇਵਕ ਰੂਪ ਵਿੱਚ ਸਨ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜਦੋਂ ਆਏ ਨੇ ਇਸ ਧਰਤੀ ਤੇ ਜਦੋਂ ਅੰਮ੍ਰਿਤਸਰ ਸਰੋਵਰ ਦਾ ਪਹਿਲਾ ਟੱਪ ਲੱਗਾ, ਗੁਰੂ ਸਾਹਿਬਾਨਾਂ ਅੱਗੇ ਅਰਦਾਸ ਕਰਕੇ, ਉਦੋਂ ਵੀ ਗੁਰੂ ਰਾਮਦਾਸ ਮਹਾਰਾਜ ਨੇ ਲਾਇਆ ਸੀ। ਹਰਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਤੇ ਅਕਾਲ ਤਖਤ ਦੀ ਨੀਂਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰੱਖੀ ਸੀ। ਆਖਿਆ ਅਕਾਲ ਦਾ ਤਖਤ ਹੈ। ਇੱਕ ਖੂਹ ਲਵਾਇਆ ਸੀ, ਉਹਨੂੰ ਆਖਿਆ ਅਕਾਲ ਸਰ ਹੈ। ਉਹ ਜੋ ਤਖਤ ਸੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਣਵਾਇਆ ਸੀ। 20 ਦਿਨਾਂ ਦੇ ਵਿੱਚ ਤਿਆਰ ਹੋਇਆ। 14 ਫੁੱਟ ਲੰਬਾਈ, 8 ਫੁੱਟ ਚੌੜਾਈ, 7 ਫੁੱਟ ਉੱਚਾ। ਉਦੋਂ ਉੱਚੇ ਥਾਂ ਤੇ ਬਹਿਣ ਨੂੰ ਕਿਸੇ ਨੂੰ ਹੱਕ ਨਹੀਂ ਸੀ ਦਿੱਤਾ ਸਰਕਾਰ ਨੇ। ਕੋਈ ਘੋੜ ਸਵਾਰੀ ਨਹੀਂ ਸੀ ਕਰ ਸਕਦਾ। ਸਤਿਗੁਰੂ ਕਹਿਣ ਲੱਗੇ ਮੇਰਾ ਸਿੱਖ ਵੀ ਘੋੜ ਸਵਾਰੀ ਕਰੇਗਾ ਔਰ ਅਸੀਂ ਤਖਤ ਬਣਾਵਾਂਗੇ ਤੇ ਦਿੱਲੀ ਦੇ ਤਖਤ ਨੂੰ ਉੱਚਾ ਹੋਵੇਗਾ। ਤੇ ਇਹ ਜਿਹੜੇ ਤਖਤ ਤੇ ਬਹਿ ਕੇ ਬਾਦਸ਼ਾਹ ਸਿੰਘਾਂ ਦੀ ਮੌਤ ਦੇ ਘਾਟ ਉਤਾਰਨ ਦੀਆਂ ਇਹ ਗੱਲਾਂ ਕਰਦਾ ਸੀ, ਆਗਿਆ ਦਿੰਦਾ ਸੀ, ਹੁਕਮ ਦਿੰਦਾ ਸੀ। ਉਸ ਤਖਤ ਦੀ ਇੱਕ ਸਿਲ ਪੁੱਟ ਕੇ ਬੜੀ ਵੱਡੀ ਤੇ ਸਿੰਘ ਅੰਮ੍ਰਿਤਸਰ ਲੈ ਗਏ ਸਨ।
ਅੱਜ ਵੀ ਬੁੰਗਾ ਰਾਮਗੜੀਆ ਦੇ ਵਿੱਚ ਉਹ ਸਿਲ ਪਈ ਹੋਈ ਹੈ। ਦਾਸ ਨੇ ਦਰਸ਼ਨ ਕੀਤੇ। ਜਦੋਂ ਹੁਣ ਜਾਓਗੇ ਨਾ ਦਰਸ਼ਨ ਕਰਿਓ ਜੀ। ਜੋ ਲੰਗਰ ਹਾਲ ਹੈ ਨਾ ਅੰਮ੍ਰਿਤਸਰ ਸਾਹਿਬ, ਉਸ ਲੰਗਰ ਹਾਲ ਦੀ ਸਾਈਡ ਤੋਂ ਰਸਤਾ ਆਉਂਦਾ ਹੈ ਔਰ ਥੱਲੇ ਉਤਰ ਕੇ ਤਹਿਖਾਨੇ ਦੇ ਵਿੱਚ ਇਹ ਬੁੰਗਾ ਹੈ। ਉਹ ਤਖਤ ਵੀ ਉਹਦੇ ਅੰਦਰ ਮੌਜੂਦ ਹੈ ਜਿੱਥੇ ਜੱਸਾ ਸਿੰਘ ਰਾਮਗੜੀਆ ਬਹਿੰਦੇ ਹੁੰਦੇ ਸਨ। ਉਹ 2 ਮੰਜ਼ਲਾਂ ਥੱਲੇ ਹੈ, ਪਰ 1 ਮੰਜ਼ਲ ਤੱਕ ਅਸੀਂ ਜਾ ਕੇ ਦੇਖਿਆ ਜਿੱਥੇ ਸਿਲ ਪਈ ਹੋਈ ਹੈ। ਉਹ ਰਾਮਗੜੀਆ ਬੁੰਗਾ ਦੇ ਵਿੱਚ ਉਹ ਸਿਲ ਪਈ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਫਿਰ 4 ਜੰਗਾਂ ਲੜੀਆਂ ਸੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਬਚਨ ਕਰ ਗਏ ਸਨ ਕਿ ਤੁਹਾਡੀ ਕੁੱਖ ਤੋਂ ਜਿਹੜਾ ਸਾਹਿਬਜ਼ਾਦਾ ਹੋਵੇਗਾ ਉਹ ਤੁਰਕਾਂ ਦੇ ਸਿਰ ਭੰਨੇਗਾ, ਜਿੱਦਾਂ ਅਸੀਂ ਗੰਢਾ ਭੰਨਿਆ, ਜਿੱਦਾਂ ਅਸੀਂ ਪਿਆਜ਼ ਤੋੜਿਆ। ਤੇ 4 ਜੰਗਾਂ ਦੇ ਵਿੱਚ ਜਿੰਨੀ ਵੀ ਫੌਜ ਚੜ੍ਹ ਕੇ ਆਉਂਦੀ ਰਹੀ ਨਾ, ਉਹਨਾਂ ਦੇ ਸਿਰ ਗੁਰੂ ਦੇ ਸਿੱਖਾਂ ਨੇ ਭੰਨੇ, ਮਿੱਟੀ ਵਿੱਚ ਮਿਲਾ ਦਿੱਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਇੱਕ ਮੈਂ ਕਿਹਾ ਸੀ ਆਰੰਭ ਵਿੱਚ ਵੀ 2 ਸਿੱਖ ਜਿਹੜੇ ਸਨ, ਇੱਕ ਨੂੰ ਤੇ ਬਰਾਤੇ ਲੈ ਕੇ ਗਏ ਭਾਈ ਮੱਲ ਜੀ, ਇੱਕ ਸਿੱਖ ਹੋਰ ਹੋਇਆ ਜਿਹਦੀ ਘਰ ਵਾਲੀ ਬੀਬੀ ਉਹ ਮਨ ਵਿੱਚ ਅਰਦਾਸਾਂ ਕਰਦੀ ਸੀ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਘਰ ਆਓ ਤੇ ਅਸੀਂ ਲੰਗਰ ਪ੍ਰਸ਼ਾਦ ਛਕਾਉਣੇ। ਸਤਿਗੁਰੂ ਸਿੱਖ ਦੇ ਘਰ ਰੁਕੇ, ਲੰਗਰ ਪ੍ਰਸ਼ਾਦ ਛਕਾਇਆ। ਉੱਥੇ ਫਿਰ ਭੱਖ, ਭੋਜ, ਲੇਜ ਤੇ ਚੋਸ 4 ਪ੍ਰਕਾਰ ਦੇ ਖਾਣੇ ਬਣਾਏ ਗਏ, ਅੱਗੇ ਪਰੋਸੇ ਗਏ। ਭੱਖ ਕਹਿੰਦੇ ਜਿਹੜਾ ਚੱਬਣ ਵਾਲਾ ਭੋਜਨ ਹੁੰਦਾ ਹੈ, ਜਿੱਦਾਂ ਅਸੀਂ ਦਾਣੇ ਚੱਬਦੇ ਹਾਂ ਨਾ, ਮੱਕੀ ਦੇ ਦਾਣੇ, ਭੁੱਜੇ ਹੋਏ ਚਣੇ, ਭੁੱਜੀ ਹੋਈ ਦਾਲ, ਇਸ ਤਰ੍ਹਾਂ ਦਾ ਜਿਹੜਾ ਗਿਰੀਆਂ ਹੋਈਆਂ, ਇਹ ਜਿਹੜਾ ਭੋਜਨ ਹੈ। ਭੋਜ ਜਿੱਦਾਂ ਦਾਲ, ਸਬਜ਼ੀ, ਖੀਰ ਆਦਿ ਆਪਾਂ ਜਿਹੜੇ ਭੋਜਨ ਬਣਾ ਕੇ ਖਾਂਦੇ, ਇਹਨੂੰ ਭੋਜ ਕਹਿੰਦੇ। ਲੇਜ ਤਰਲ ਪਦਾਰਥ ਜਿਹੜੇ ਨੇ, ਜਿੱਦਾਂ ਲੱਸੀ ਹੋਈ, ਦੁੱਧ ਹੋਇਆ, ਚਾਹ ਹੋਈ, ਪਾਣੀ ਹੋਇਆ, ਸ਼ਰਬਤ ਹੋਇਆ। ਤੇ ਚੂਸ ਜਿਨ੍ਹਾਂ ਨੂੰ ਚੂਸਿਆ ਜਾਂਦਾ ਹੈ, ਜਿੱਦਾਂ ਰੋਟੀ ਤੋਂ ਬਾਅਦ ਸੌਂਫ ਤੇ ਮਿਸ਼ਰੀ ਖਾਂਦੇ ਹੋ, ਜਾਂ ਕੋਈ ਕੁਲਫੀ ਵਿਆਹ ਸ਼ਾਦੀ ਦੇ ਉੱਤੇ ਕੁਲਫੀ ਉਹ ਚੂਸ ਕੇ ਖਾਧੀ ਜਾਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਭੋਜਨ ਹਨ, ਜਿੱਦਾਂ ਆਪਾਂ ਟੋਫੀ ਮੂੰਹ ਵਿੱਚ ਪਾ ਲੈਂਦੇ ਹਾਂ, ਉਹਨੂੰ ਚੂਸਦੇ ਰਹਿੰਦੇ ਹਾਂ, ਉਹਨੂੰ ਚੋਸ ਕਹਿੰਦੇ ਨੇ। ਇਸ ਪ੍ਰਕਾਰ ਦੇ ਭੋਜਨ ਨੂੰ ਉਹ ਸਾਰੇ ਹੀ ਗੁਰੂ ਸਾਹਿਬ ਤੇ ਸਿੱਖਾਂ ਦੇ ਅੱਗੇ ਪਰੋਸੇ ਗਏ। ਇੱਥੇ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਆ ਕੇ ਬੇਨਤੀ ਕੀਤੀ ਸਿੱਖ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਤੁਸੀਂ ਅੱਗੇ ਨਾ ਜਾਓ ਲਾਹੌਰ ਦਰਬਾਰ ਵਿੱਚ, ਤੇ ਮੈਂ ਚਲੇ ਜਾਣਾ ਵਾਂ। ਤੇ ਸਤਿਗੁਰੂ ਕਹਿੰਦੇ ਤੁਸੀਂ ਅਜੇ 40 ਸਾਲ ਜੀਣਾ ਵਾ, 40 ਸਾਲ ਬਾਅਦ ਜਦੋਂ ਤਨ ਤਿਆਗ ਕੇ ਆਓਗੇ ਨਾ, ਤੇ ਸਾਡੇ ਵਿੱਚ ਹੀ ਸਮਾ ਜਾਓਗੇ। ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ, ਕਵੀ ਕਹਿੰਦਾ ਸ਼ਹੀਦਾਂ ਦੇ ਸਰਤਾਜ ਤੇ ਆਵਾਂ, 5ਵੇਂ ਸਤਿਗੁਰ ਅਰਜਨ ਤਤੀ ਤਵੀ ਤੇ ਲਾਈ ਸਮਾਧੀ, ਲੱਗੇ ਜ਼ੁਲਮ ਨੂੰ ਵਰਜਨ, ਸੰਤ ਸਿਪਾਹੀ ਮਰਦ ਅਕਾਲੀ, ਬਣਦੇ ਆਪ ਪੁਜਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਧਰਮ ਤੋਂ ਵਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਧਰਮ ਤੋਂ ਵਾਰੀ।
ਜਿਨ੍ਹਾਂ ਜਿਨ੍ਹਾਂ ਨੇ ਵੀ ਧਰਮ ਵਾਸਤੇ ਕੁਰਬਾਨ ਹੋਣਾ ਕੀਤਾ, ਉਹਨਾਂ ਨੂੰ ਸਜਦੇ ਹੁੰਦੇ ਨੇ, ਉਹਨਾਂ ਨੂੰ ਨਮਸਕਾਰਾਂ ਹੁੰਦੀਆਂ ਨੇ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਇੱਕ ਤਾਂ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਤੇ ਦੂਜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਕੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਾਡੇ ਉੱਤੇ। ਬੜੀ ਕਿਰਪਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ। ਜਿੰਨਾ ਵੀ ਉਹਨਾਂ ਦਾ ਧਿਆਨ ਧਰਿਆ ਜਾਵੇ, ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ, ਓਨਾ ਹੀ ਥੋੜ੍ਹਾ ਵਾ। ਇਹ ਲੋਕਾਈ ਵਾਸਤੇ ਮਾਨੋ ਇੱਕ ਬੇੜਾ ਤਿਆਰ ਕਰ ਦਿੱਤਾ। ਤਰਨ ਤਾਰਨ ਹਰ ਨਿਧ, ਦੁੱਖ ਨਾ ਸਕੇ ਵਿਆਪ। ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਉਹਦੇ ਜੀਵਨ ਵਿੱਚ ਦੁੱਖ ਆਉਂਦਾ ਹੀ ਨਹੀਂ ਹੈ। ਤੇ ਇੰਨਾ ਵੱਡਾ ਗ੍ਰੰਥ ਤਿਆਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਫਿਰ ਅਖੀਰ ਵਿੱਚ ਕੀ ਕਹਿੰਦੇ ਨੇ, ਅਤੀ ਨਿਮਰਤਾ ਵਿੱਚ ਆ ਕੇ ਕਹਿੰਦੇ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਕਹਿੰਦੇ ਮੇਰੇ ਵਿੱਚ ਤੇ ਕੋਈ ਗੁਣ ਨਹੀਂ ਸੱਚੇ ਪਾਤਸ਼ਾਹ, ਮੈਂ ਤੇ ਨਿਰਗੁਣ ਆਰਾ ਵਾਂ। ਤੁਸੀਂ ਆਪ ਹੀ ਤਰਸ ਕੀਤਾ ਮੇਰੇ ਉੱਤੇ, ਆਪ ਹੀ ਕਿਰਪਾ ਕੀਤੀ ਹੈ। ਆਪ ਜੀ ਦੀ ਕਿਰਪਾ ਹੋਈ, ਤਰਸ ਕੀਤਾ ਮੇਰੇ ਉੱਤੇ। ਪਹਿਲਾਂ ਪਰਮਾਤਮਾ ਨੇ ਤਰਸ ਕਰਕੇ ਮੈਨੂੰ ਗੁਰੂ ਮਿਲਾਇਆ, ਗੁਰੂ ਨੇ ਕਿਰਪਾ ਕੀਤੀ ਤੇ ਮੈਂ ਇਸ ਯੋਗ ਬਣ ਸਕਿਆ। ਮੈਂ ਤੇ ਨਿਰਗੁਣ ਆਰਾ ਵਾਂ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕਿਤੇ ਸਾਡੀ ਵੀ ਸੋਚ ਐਸੀ ਬਣ ਜਾਵੇ, ਸਾਨੂੰ ਵੀ ਲੱਗੇ ਵੀ ਸਾਡੀ ਜ਼ਿੰਦਗੀ ਤਾਂ ਹੈ ਜੇ ਪਰਮਾਤਮਾ ਦਾ ਨਾਮ ਜਪੀਏ। ਜਿਸ ਦਿਨ ਨਾਮ ਜਪਣ ਵਿੱਚ ਢਿੱਲ ਹੋ ਜਾਵੇ, ਉਸ ਦਿਨ ਇੰਝ ਮਹਿਸੂਸ ਹੋਵੇ ਵੀ ਹੁਣ ਜਿੱਦਾਂ ਆਤਮਿਕ ਮੌਤ ਹੋ ਗਈ ਹੈ, ਕੁਝ ਗਵਾਚ ਗਿਆ ਹੈ। ਜਿਨ੍ਹਾਂ ਦਾ ਨਿਯਮ ਬਣਿਆ ਨਾ, ਉਹਨਾਂ ਨੂੰ ਇਸੇ ਤਰ੍ਹਾਂ ਪ੍ਰਤੀਤ ਹੁੰਦਾ ਜੇ ਸਾਰਾ ਦਿਨ ਹੀ ਸੌਖਾ ਨਹੀਂ ਲੰਘਦਾ। ਜਿੱਦਣ ਕਿਤੇ ਅੰਮ੍ਰਿਤ ਵੇਲਾ ਸੌਂ ਕੇ ਗੁਜ਼ਰ ਜਾਵੇ ਨਾ, ਸਾਰਾ ਦਿਨ ਇੱਦਾਂ ਲੱਗਦਾ ਵੀ ਕੋਈ ਘਾਟਾ ਪੈ ਗਿਆ, ਕੁਝ ਗਵਾਚ ਗਿਆ ਹੈ। ਇਹ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਦਾ ਨਿਯਮ ਬਣ ਗਿਆ, ਜਿਹੜੇ ਰੋਜ਼ ਆਉਂਦੇ ਨੇ। ਤੇ ਜਿਹੜੇ ਰੋਜ਼ ਆਉਂਦੇ ਨਾ, ਉਹਨਾਂ ਨੂੰ ਰੱਬ ਫਿਰ ਆਪ ਹੀ ਆਵਾਜ਼ਾਂ ਮਾਰ ਕੇ ਉਠਾ ਦਿੰਦਾ ਜੀ। ਜਿਹੜੇ ਰੋਜ਼ ਆਉਂਦੇ ਉਹਨਾਂ ਨੂੰ ਪਤਾ ਹੈ ਪੂਰੇ ਟਾਈਮ ਦੇ ਉੱਤੇ ਜਾਗ ਆਉਂਦੀ ਹੈ। ਜਦੋਂ ਆਪਾਂ ਉੱਠਦੇ ਹਾਂ ਨਾ, ਜਿੰਨੇ ਵਜੇ ਪੂਰੇ ਟਾਈਮ 'ਤੇ ਜਾਗ ਆ ਜਾਏਗੀ। ਕੌਣ ਠਾਉਂਦਾ ਏ? ਉਹ ਰੱਬ ਠਾਉਂਦਾ ਹੈ, ਅਕਾਲ ਪੁਰਖ ਠਾਉਂਦਾ ਹੈ। ਜੇ ਆਪਾਂ ਉਹਦੇ ਬਣ ਜਾਈਏ ਤੇ ਫਿਰ ਸਾਰਾ ਜੱਗ ਹੀ ਕਹਿੰਦੇ, ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਆਵਾਜ਼ ਮਾਰ ਕੇ ਕਿੱਦਾਂ ਉਠਾਉਂਦਾ, ਇਹ ਬਿਆਨ ਕਰਕੇ ਫਿਰ ਮੈਂ ਸਮਾਪਤੀ ਕਰਾਂਗਾ। ਹਜ਼ੂਰ ਸਾਹਿਬ ਦੇ ਪੁਜਾਰੀ ਹੋਏ ਨੇ ਭਾਈ ਹੀਰਾ ਸਿੰਘ ਜੀ। ਇਹ ਗੱਲ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸਿੰਘ ਸਾਹਿਬ ਭਾਈ ਸਾਹਿਬ ਸਿੰਘ ਜੀ ਨੂੰ ਦੱਸੀ ਸੀ। ਉਹਨਾਂ ਨੇ ਫਿਰ ਦਾਸ ਨੂੰ ਦੱਸੀ। ਭਾਈ ਹੀਰਾ ਸਿੰਘ ਜੀ ਅੰਮ੍ਰਿਤ ਵੇਲੇ ਸ਼ਾਸਤਰਾਂ ਦੀ ਸੇਵਾ ਆਪਣੇ ਹੱਥੀਂ ਕਰਦੇ ਸੀ। ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਾਉਣਾ। ਤੇ ਇੱਕ ਦਿਨ ਇੱਕ ਬਹੁਤ ਤਿੱਖਾ ਸ਼ਸਤਰ ਉਹ ਹੱਥ ਵਿੱਚ ਹਥੇਲੀ ਵਿੱਚ ਵੱਜ ਗਿਆ। ਅੰਮ੍ਰਿਤ ਵੇਲੇ ਇੱਕ ਡਾਕਟਰ ਆਉਂਦਾ ਸੀ, ਉਹਦਾ ਆਪਣਾ ਹੌਸਪੀਟਲ ਸੀ। ਉਹ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਲੈ ਗਿਆ। ਕਹਿੰਦਾ ਵੀ ਜ਼ਖਮ ਸਾਫ਼ ਕਰਨਾ ਪਏਗਾ। ਉਹਨੇ ਜ਼ਖਮ ਸਾਫ਼ ਕਰਕੇ ਤੇ ਮਲਮ ਪੱਟੀ ਕਰਕੇ ਕਿਹਾ ਵੀ ਭਾਈ ਸਾਹਿਬ ਜੀ,
ਇਹਨੂੰ ਘੱਟ ਤੋਂ ਘੱਟ 1 ਹਫ਼ਤਾ ਪਾਣੀ ਨਹੀਂ ਲੱਗਣ ਦੇਣਾ। ਜਦੋਂ ਉਹਨੇ ਇਹ ਗੱਲ ਕਹੀ ਨਾ ਵੀ 1 ਹਫ਼ਤਾ ਪਾਣੀ ਨਹੀਂ ਲੱਗਣ ਦੇਣਾ, ਤੇ ਭਾਈ ਹੀਰਾ ਸਿੰਘ ਜੀ ਤਖਤ ਸਾਹਿਬ ਵੱਲ ਨੂੰ ਮੂੰਹ ਕਰਕੇ ਤੇ ਭੁੱਬਾਂ ਮਾਰ ਕੇ ਰੋ ਪਏ। ਨਾਲੇ ਰੋਈ ਜਾਂਦੇ ਨੇ, ਨਾਲੇ ਕਹੀ ਜਾਂਦੇ ਨੇ, ਕਲਗੀਆਂ ਵਾਲਿਆ ਕਿਹੜੀ ਭੁੱਲ ਹੋ ਗਈ ਹੈ, ਮੈਂ 7 ਦਿਨ ਸੇਵਾ ਹੀ ਨਹੀਂ ਕਰਾਂਗਾ, ਸੇਵਾ ਤੋਂ ਵਾਂਝਾ ਰਵਾਂਗਾ। ਕਹਿੰਦੇ ਰਾਤ ਸੌਂ ਗਏ ਤੇ ਅੱਧੀ ਰਾਤ ਨੂੰ ਉੱਠਦੇ ਸਨ। ਜਦੋਂ ਉੱਠਦੇ ਸਨ ਤੇ ਆਵਾਜ਼ ਪਈ ਕੰਨਾਂ ਵਿੱਚ, ਭਾਈ ਸਾਹਿਬ ਜੀ ਉਠੋ, ਸਮਾਂ ਹੋ ਗਿਆ। ਤੇ ਭਾਈ ਸਾਹਿਬ ਉੱਠੇ ਤੇ ਫੇਰ ਲੰਮੇ ਪੈ ਗਏ ਵੀ ਸੇਵਾਦਾਰ ਨੂੰ ਤੇ ਪਤਾ ਹੀ ਹੈ ਕਿ ਮੇਰੇ ਹੱਥ ਤੇ ਚੋਟ ਲੱਗੀ ਹੈ, ਮੈਨੂੰ ਭੁਲੇਖਾ ਜਿਹਾ ਪਿਆ ਲੱਗਦਾ ਹੈ। 5 ਮਿੰਟ ਹੋਏ ਤੇ ਫੇਰ ਆਵਾਜ਼ ਆਈ, ਭਾਈ ਸਾਹਿਬ ਜੀ 5 ਮਿੰਟ ਉੱਪਰ ਹੋ ਗਏ, ਉਠੋ, ਸੇਵਾ ਦਾ ਸਮਾਂ ਹੋ ਗਿਆ। ਭਾਈ ਸਾਹਿਬ ਜੀ ਉੱਠੇ ਨੇ, ਉਹਨਾਂ ਨੇ ਇਸ਼ਨਾਨ ਕੀਤਾ ਹੈ ਤੇ ਸੇਵਾ ਵਿੱਚ ਲੱਗ ਗਏ। ਫਿਰ ਡਾਕਟਰ ਸਾਹਿਬ ਫੇਰ ਆਏ, ਕਿਉਂਕਿ ਉਹਨਾਂ ਦਾ ਵੀ ਨੇਮ ਸੀ, ਰੋਜ਼ ਆਉਂਦੇ ਸਨ। ਉਹਨਾਂ ਦੇਖਿਆ ਵੀ ਭਾਈ ਸਾਹਿਬ ਨੇ ਮੇਰੀ ਗੱਲ ਨਹੀਂ ਮੰਨੀ। ਡਾਕਟਰ ਵੀ ਗੁੱਸਾ ਕਰ ਜਾਂਦਾ ਫਿਰ ਵੀ ਮੇਰੀ ਗੱਲ ਨਹੀਂ ਮੰਨੀ, ਮੈਂ ਤੇ ਇਹਦੇ ਭਲੇ ਵਾਸਤੇ ਕਿਹਾ ਸੀ। ਜਦ ਸੇਵਾ ਕਰਕੇ ਹਟੇ ਤੇ ਨਾਰਾਜ਼ਗੀ ਦੇ ਨਾਲ ਬੋਲੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਗੱਲ ਨਹੀਂ ਮੰਨੀ, ਚਲੋ ਮੇਰੇ ਨਾਲ, ਜ਼ਖਮ ਸਾਫ਼ ਕਰਨਾ ਪਏਗਾ। ਜਦੋਂ ਕਹਿੰਦੇ ਹਸਪੀਟਲ ਵਿੱਚ ਜਾ ਕੇ ਡਾਕਟਰ ਨੇ ਪੱਟੀ ਖੋਲੀ ਤੇ ਜ਼ਖਮ ਹੈਗਾ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੀ ਸ਼ਰਧਾ ਬਣ ਜਾਂਦੀ, ਜਿਨ੍ਹਾਂ ਨੂੰ ਭਰੋਸਾ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਆਪ ਉਠਾ ਕੇ ਸੇਵਾ ਕਰਾਉਂਦਾ ਹੈ, ਉਹਨਾਂ ਨੂੰ ਤਤੀ ਵਾਹ ਨਹੀਂ ਲੱਗਣ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਕੇ ਜਿਨ੍ਹਾਂ ਭਗਤਾਂ ਨੂੰ ਧੱਕੇ ਮਾਰੇ ਜਾਂਦੇ ਸਨ, ਉਹਨਾਂ ਦੀ ਬਾਣੀ ਵੱਖ-ਵੱਖ ਰਾਗਾਂ ਦੇ ਵਿੱਚ ਦਰਜ ਕਰਕੇ ਆਖਿਆ ਕੋਈ ਗੱਲ ਨਹੀਂ, ਜੇ ਤੁਹਾਨੂੰ ਮੰਦਰਾਂ ਵਿੱਚੋਂ ਧੱਕੇ ਮਾਰੇ ਗਏ, ਆਓ ਆਪਾਂ ਇਕੱਠੇ ਗ੍ਰੰਥ ਸਾਹਿਬ ਵਿੱਚ ਬੈਠਦੇ ਹਾਂ ਤੇ ਹਰਿਮੰਦਰ ਸਾਹਿਬ ਦੇ ਵਿੱਚੋਂ ਸਮੁੱਚੀ ਲੋਕਾਈ ਨੂੰ ਉਪਦੇਸ਼ ਦਿਆ ਕਰਾਂਗੇ। ਤੇ ਅੱਜ ਭਗਤ ਨਾਮਦੇਵ ਜੀ ਦਾ ਹੁਕਮਨਾਮਾ ਦਰਬਾਰ ਸਾਹਿਬ ਤੋਂ ਜਦੋਂ ਆਉਂਦਾ ਹੈ, ਜਦੋਂ ਹੁਕਮਨਾਮਾ ਆਉਂਦਾ ਹੈ, ਉਹਨਾਂ ਸਤਿਕਾਰ ਭਗਤ ਨੂੰ, ਸਿੱਖ ਨੂੰ, ਗੁਰੂ ਦੇ ਸੇਵਕ ਭੱਟ ਜਨਾਂ ਨੂੰ ਮਿਲਦਾ ਹੈ, ਜਿੰਨਾ ਸਤਿਕਾਰ ਗੁਰੂ ਸਾਹਿਬਾਨਾਂ ਨੂੰ ਮਿਲਦਾ ਹੈ। ਕੋਈ ਵਿਤਕਰਾ ਨਹੀਂ ਹੈ, ਕੋਈ ਵਿਤਕਰਾ ਨਹੀਂ। ਪਹਿਲ ਪੁਰੀਏ ਪੁੰਡਰਕ ਮਨਾ, ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਪਹਿਲ ਪੁਰ ਸਾਬਰਾ, ਅਥੋਨ ਪ੍ਰਸਾਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ। ਭਗਤ ਨਾਮਦੇਵ ਜੀ ਫਿਰ ਹਰਿਮੰਦਰ ਸਾਹਿਬ ਦੇ ਵਿੱਚੋਂ ਉਪਦੇਸ਼ ਕਰ ਰਹੇ ਹੁੰਦੇ ਹਨ ਤੇ ਸੰਗਤਾਂ ਹੁਕਮਨਾਮਾ ਸੁਣ ਕੇ ਆਪਣਾ ਸਿਰ ਝੁਕਾਉਂਦੀਆਂ। ਇਹ ਕਿਰਪਾ ਭਗਤਾਂ ਦੇ ਉੱਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਤਤ ਵਿਚਾਰ ਜਹੇ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇੱਕ ਥਾਲ ਰਚ ਕੇ ਦਿੱਤਾ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨ ਜਾਈ, ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਜਿਹੜਾ ਥਾਲ ਹੁੰਦਾ ਨਾ ਸਾਧ ਸੰਗਤ, ਉਹ
ਅਮੀਰੀ ਦੀ ਨਿਸ਼ਾਨੀ ਹੁੰਦੀ ਹੈ, ਉੱਚੇਪਣ ਦੀ ਨਿਸ਼ਾਨੀ ਹੁੰਦੀ ਹੈ। ਕਈ ਵਾਰੀ ਗਰੀਬ ਦੇ ਘਰ ਥਾਲ ਵੀ ਨਹੀਂ ਹੁੰਦਾ ਤੇ ਅਮੀਰ ਦੇ ਘਰ ਚਾਂਦੀ ਤੇ ਸੋਨੇ ਦੇ ਥਾਲ ਵੀ ਹੁੰਦੇ ਨੇ। ਅਮੀਰੀ ਦੀ ਨਿਸ਼ਾਨੀ ਹੈ, ਸਤਿਕਾਰ ਦੀ ਨਿਸ਼ਾਨੀ ਹੈ। ਕਈ ਜਿਹੜੇ ਨੇ ਉਹ ਹੱਥ ਦੇ ਉੱਤੇ ਰੱਖ ਕੇ ਪ੍ਰਸ਼ਾਦਾ ਛਕਦੇ ਨੇ, ਕਈ ਥਾਲ ਵਿੱਚ ਰੱਖ ਕੇ ਛਕਦੇ ਨੇ। ਇਹ ਅਮੀਰ ਵਿਰਸੇ ਦੀ ਨਿਸ਼ਾਨੀ ਹੈ ਕਿ ਆਪਣਾ ਇੱਕ ਗ੍ਰੰਥ ਹੋਣਾ, ਉਹ ਵੀ ਐਸਾ ਗ੍ਰੰਥ ਜਿਹੜਾ ਗ੍ਰੰਥ ਹੋਣ ਦੇ ਨਾਲ ਗੁਰੂ ਵੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਤੇ ਆਖਿਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰਿਆਂ ਨੂੰ ਹੁਕਮ ਕੀਤਾ, ਆਖਿਆ ਅੱਜ ਤੋਂ ਬਾਅਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਗੇ। ਗੁਰੂ ਦੇ ਹਰ ਹੁਕਮ ਨੂੰ ਮੰਨਣਾ ਹੈ, ਉਪਦੇਸ਼ ਨੂੰ ਮੰਨਣਾ ਹੈ, ਬਾਣੀ ਪੜ੍ਹਨੀ ਸੁਣਨੀ ਤੇ ਵਿਚਾਰਨੀ ਹੈ। ਐਸੇ ਗੁਰੂ ਦੇ ਲੜ ਲਾਇਆ ਜੋ ਜੁਗੋ ਜੁਗ ਅਟਲ ਹੈ। ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸੀਆ ਜਦੋਂ ਕਹਿੰਦਾ ਹੈ ਨਾ, ਫਿਰ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਬੋਲਦੇ ਹਾਂ, ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਸ਼ਹੀਦੀ ਨੂੰ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਟਾਨ ਕੋਟ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਹੁਣ ਭਾਈ ਸਾਹਿਬ ਜੀ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਨਗੇ, ਫਿਰ ਅਰਦਾਸ ਹੋਵੇਗੀ, ਕਿਉਂਕਿ ਅੱਜ ਗੁਰਪੁਰਬ ਹੈ ਤੇ ਗੁਰੂ ਚਰਨਾਂ ਵਿੱਚ ਅਰਦਾਸ ਹੋਏਗੀ। ਉਸ ਤੋਂ ਬਾਅਦ ਫਿਰ ਸੁਖਾਸਨ ਸਾਹਿਬ ਦੀ ਸੇਵਾ ਹੋਏਗੀ। ਹੁਕਮਨਾਮੇ ਤੋਂ ਬਾਅਦ ਆਪ ਜੀ ਬੜੇ ਪਿਆਰ ਦੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।